ਸ਼੍ਰੀ ਗੁਰੂ ਗੋਬਿੰਦ ਸਿੰਘ ਧਰੋ ਧਰਾ ਪਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸਾ ਬੰਦੋਂ ਬਾਰੰਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੁਧਧ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਗਰਜ ਸ਼੍ਰੀ ਨਾਨਕ ਤਬੇ ਧਰ ਕਰ ਮਧੁਰ ਆਹਾਰ ਖਾਵੋ ਤਾਤ ਮਾਤਾ ਕਈ ਹੋਏ ਮੁਝ ਹਰਖ ਅਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਮੁਕੱਦਸ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ रोज़ाना दी तरह नेम सहित प्रेम सहित महाराजियों के पावन पवित्र हरजस कथा सरवण करन लई गुरुदेव महाराज सच्चे पातशाह जियों की पावन पवित्र हजूरी विच साध संगत जी उपस्थित होए हाँ। धन गुरु नानक देव महाराज सच्चे पातशाह जियों के मुबारक जीवन दी निर्मल पवित्र कथा सतगुरु महाराज जियों के पावन पवित्र स्थाना तो निता प्रत सरवण करते हैं। लंबेरा एक अरसे दे बाद धन गुरु नानक देव महाराज सच्चे पातशाह जी बाबा देखै ध्यान धार जलती सब पृथ्वी दिस आई बाजों गुरु गुबार है कर दी सुनी लुकाई बाबे भेख बनाया उदासी दी रीत चलाई चढ़िया सोधन धरत लुकाई। महाराज धन गुरु नानक देव सच्चे पातशाह जियां ने दूर दराडे तक रटन कीता जलदी हुई सड़दी हुई भुजदी हुई लुकाई नूं महाराज जियां ने नाम बाणी दा छिट्टा दे के ਠਾਰਿਆ। पातशाह जी जदों वापस घर नूं परतदे ने सतगुरु गुरु नानक देव महाराज जी घर नहीं गए बाहर एक खूह ते रुखां दी छाएं धन गुरु नानक देव महाराज सच्चे पातशाह जी बैठ गए। भाई मरदाना जी नगरी विच चले गए। मात तृप्ता जी ने पुछ कीती पुत्र नहीं आया। धन गुरु नानक देव महाराज जियां दे बाबत पुछ कीती। भाई मरदाना जियां ने प्रथम तां टाल मटोला कीता जिवें साहिब दा हुक्म सी पर जो मां दियां आंदरां सन जिन्ना चिर पुੱਤ ਨੂੰ ना तक्या ना वेखिया
ਅੰਦਰ ਨੂੰ ਉਹ ਠਾਰ ਨਾ ਪਈ, ਠੰਡ ਨਾ ਪਈ। ਮਗਰੇ ਮਗਰ ਜਿਹੜੇ ਪਾਸੇ ਸਤਿਕਾਰਯੋਗ ਭਾਈ ਮਰਦਾਨਾ ਜੀ ਵਾਪਸ ਆਏ, ਮਾਤਾ ਜੀਆਂ ਨੇ ਵੀ ਭਾਈ ਮਰਦਾਨਾ ਜੀ ਦਾ ਪਿੱਛਾ ਕੀਤਾ। ਪਿੱਛਾ ਕਰਦਿਆਂ ਕਰਦਿਆਂ ਜਿਸ ਥਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਬੈਠੇ ਸਨ, ਉੱਥੇ ਹੀ ਮਾਤ ਤ੍ਰਿਪਤਾ ਜੀ ਪੀ ਆ ਗਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵਡਹੰਸ ਰਾਗ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹਨ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰੱਤੇ ਸੈ ਆਪਣਾ, ਤਿਨ ਭਾਵੈ ਸਭ ਕੋਏ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪ੍ਰੇਮ ਵਿੱਚ ਵਜਦ ਵਿੱਚ ਆ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਸ਼ਬਦ ਦੇ ਅੰਦਰ ਮਹਾਰਾਜ ਜੀਆਂ ਨੇ ਰਹਿਮਤ ਕੀਤੀ, ਤਿਖਾ ਤਿਹਾਇਆ ਕਿਉਂ ਲਹੈ ਜਾਂ ਸਰ ਭੀਤਰ ਪਾਲ। ਮਨੁੱਖ ਨੂੰ ਤ੍ਰੇ ਲੱਗੀ ਹੋਈ ਹੈ, ਅੰਦਰ ਅੰਮ੍ਰਿਤ ਦਾ ਸਰੋਵਰ ਵੀ ਹੈ, ਪਰ ਮਨੁੱਖ ਉਸ ਅੰਮ੍ਰਿਤ ਕੁੰਟ ਦੇ ਵਿੱਚੋਂ ਉਹ ਕੁਝ ਵੀ ਛਕ ਨਹੀਂ ਰਿਹਾ, ਕਿਉਂਕਿ ਵਿੱਚ ਕੰਧ ਹੈ ਹਉਮੈ ਦੀ। ਮਨੁੱਖ ਦੇ ਅੰਦਰ ਤਥਾ ਉਸ ਅੰਮ੍ਰਿਤ ਕੁੰਟ ਦੇ ਅੰਦਰ ਤਿਖਾ ਤਿਹਾਇਆ ਕਿਉਂ ਲਈ ਲਹੈ ਜਾਂ ਸਰ ਭੀਤਰ ਪਾਲ। ਜਦੋਂ ਤੱਕ ਉਹ ਕੰਧ ਨੂੰ ਤੋੜ ਕਰਕੇ ਪਾਰ ਨਹੀਂ ਹੁੰਦਾ, ਉਦੋਂ ਤੱਕ ਉਸ ਅੰਮ੍ਰਿਤ ਸਰੋਵਰ ਦੇ ਵਿੱਚੋਂ ਉਹ ਘੁੱਟ ਭਰ ਕਰਕੇ ਆਪਣੀ ਤ੍ਰੇ ਨੂੰ ਤ੍ਰਿਪਤ ਨਹੀਂ ਕਰ ਸਕਦਾ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਇਸ ਪ੍ਰਕਾਰ ਮਹਾਰਾਜ ਉੱਥੇ ਸ਼ਬਦ ਉਚਾਰਨ ਕਰਦੇ ਹਨ। ਮਾਤ ਤ੍ਰਿਪਤਾ ਜੀ ਇੱਕ ਪਾਸੇ ਖਲੋਤੇ ਹੋਏ ਹਨ, ਭਾਈ ਸਾਹਿਬ ਭਾਈ ਮਰਦਾਨਾ ਜੀ ਕੋਲ ਨੇ। ਵਰਿਆਂ ਬਾਅਦ ਅੱਜ ਮਾਤਾ ਜੀਆਂ ਨੇ ਦੀਦਾਰ ਪਾਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਅੱਜ ਵਾਲਾ ਸਮਾਂ ਤਾਂ ਸੀ ਨਹੀਂ, ਕਿਉਂਕਿ ਉਹ ਤਾਂ ਜਦੋਂ ਫਿਰ ਕਿਸੇ ਨੂੰ ਤੱਕਣਾ ਵੇਖਣਾ ਫਿਰ ਹੀ ਪਤਾ ਲੱਗਣਾ ਭਾਈ ਕੋਈ ਜੀਵਤ ਹੈ ਜਾਂ ਸੰਸਾਰ ਤੋਂ ਕੂਚ ਕਰ ਗਿਆ। ਪਹਿਲਾਂ ਤਾਂ ਕੋਈ ਸੁਨੇਹਾ ਇੱਦਾਂ ਪਤਾ ਹੀ ਨਹੀਂ ਸੀ ਲੱਗਦਾ। ਅੱਜ ਤੋਂ ਵੀ ਥੋੜ੍ਹਾ ਸਮਾਂ ਪਹਿਲਾਂ 25-30 ਸਾਲ ਪਹਿਲਾਂ ਜਦੋਂ ਇਹਨਾਂ ਮੋਬਾਈਲ ਫੋਨਾਂ ਦੀ ਜਾਂ ਹੋਰ ਕੋਈ ਬਹੁਤੀ ਵਰਤੋਂ ਨਹੀਂ ਸੀ, ਦੂਰ ਦਰਾਡੇ ਦੇ ਰਿਸ਼ਤੇਦਾਰਾਂ ਨੂੰ ਘਰ ਆਇਆ ਹੀ ਸੁੱਖ ਸਾਂਦ ਦੀ ਖਬਰ ਪਤਾ ਲੱਗਣੀ ਵੀ ਘਰ ਵਿੱਚ ਸਭ ਠੀਕ ਠਾਕ ਹੈ ਨਾ। ਉਹਨਾਂ ਵੇਲਿਆਂ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਵਾਪਸ ਪਰਤੇ ਨੇ, ਮਾਤ ਤ੍ਰਿਪਤਾ ਨੇ ਅੱਖੀਂ ਤੱਕਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਅੰਦਰ ਕਲੇਜੇ ਠੰਡ ਪਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ ਹਨ ਖੂਹ ਦੇ ਕੰਢੇ ਦੇ ਉੱਪਰ, ਖੂਹ ਦੀ ਮਣ ਤੇ। ਸਤਿਕਾਰਯੋਗ ਮਾਤ ਤ੍ਰਿਪਤਾ ਜੀ ਕੋਲ ਹਨ। ਇੱਥੋਂ ਤੱਕ ਸਾਧ ਸੰਗਤ ਜੀਓ ਬਚਨ ਆਪਾਂ ਨੇ ਸਰਵਣ ਕੀਤੇ ਸਨ। ਕਰੋ ਬਖਸ਼ਿਸ਼ ਕੋਈ ਪਿਰਸ ਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਗਰਜ ਸ਼੍ਰੀ ਨਾਨਕ ਤਬੇ, ਧਰ ਕਰ ਮਧੁਰ ਆਹਾਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਵੇਂ ਮਾਤ ਤ੍ਰਿਪਤਾ ਜੀਆਂ ਨੇ ਜਦੋਂ ਘਰੋਂ ਤੁਰੇ ਸਨ, ਪ੍ਰਥਮ ਭੋਜਨ ਲੈ ਕੇ ਮਾਤਾ ਜੀ ਤੁਰੇ ਨੇ। ਇੱਕ ਸੁੰਦਰ ਥਾਲ ਮਾਤਾ ਜੀਆਂ ਨੇ ਭੋਜਨ ਦਾ ਪਰੋਸਿਆ ਹੈ। ਖਾਵੋ ਤਾਤ ਮਾਤਾ ਕਹੇ, ਹੋਏ ਮੁਝ ਹਰਖੇ ਅਪਾਰ। ਪੁੱਤਰ ਜੀ ਤੁਸੀਂ ਆ ਭੋਜਨ ਛਕੋ। ਵੇਖੋ ਤੁਹਾਨੂੰ ਕਿਤਨਾ ਸਮਾਂ ਹੋ ਗਿਆ ਹੈ ਭੋਜਨ ਪ੍ਰਸ਼ਾਦ ਛਕੇ ਤੋਂ। ਆ ਤੁਸਾਂ ਨੇ ਕੀ ਆਪਣਾ ਹਾਲ ਕੀ ਬਣਾ ਰੱਖਿਆ ਹੈ। ਤੁਸੀਂ ਇਹ ਭੋਜਨ ਛਕੋ, ਮੈਨੂੰ ਘਣੀ ਘਨੇਰੀ ਖੁਸ਼ੀ ਪ੍ਰਾਪਤ ਹੋਵੇਗੀ। ਚੌਪਈ ਸੁਨ ਸ਼੍ਰੀ ਨਾਨਕ ਬਚਨੀ ਉਚਾਰੀ। ਇੰਨੇ ਬਚਨ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਉਚਾਰਦੇ ਹਨ। ਨਿਤ ਤ੍ਰਿਪਤਿਓ ਨੇ ਭੂਖੇ ਹਮਾਰੀ। ਮਾਤਾ ਜੀ ਅਸੀਂ ਨਿਤਾ ਪ੍ਰਤ ਤ੍ਰਿਪਤੇ ਹੋਏ ਹਾਂ, ਸਾਨੂੰ ਕਿਸੇ ਵੀ ਪ੍ਰਕਾਰ ਦੀ ਹੁਣ ਕੋਈ ਭੁੱਖ ਵਿਆਪਦੀ ਨਹੀਂ।
ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਖ ਸਾਨੂੰ ਸਤਾਉਂਦੀ ਨਹੀਂ। ਏਕ ਵਾਰ ਅਸ ਭੋਜਨ ਕੀਨਾ, ਇੱਕੋ ਵਾਰ ਅਸਾਂ ਨੇ ਅਜਿਹਾ ਭੋਜਨ ਛਕਿਆ ਹੈ, ਬਹੁਰ ਨ ਛੁਦਾ ਦੇਹ ਮੈਂ ਚੀਨਾ। ਫਿਰ ਸਾਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਭੁੱਖ ਸਾਨੂੰ ਨਹੀਂ ਸਤਾਉਂਦੀ। ਜੋ ਅਸਾਂ ਨੇ ਇੱਕ ਵਾਰ ਭੋਜਨ ਛਕ ਲਿਆ ਹੈ। ਤਬ ਕਾਲੂ ਨੇ ਬਚਨ ਉਚਾਰੇ, ਇਹਨੇ ਨੂੰ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਜੀ ਪਿਤਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਖਲੋਤੇ ਹੁਣ ਉਹਨਾਂ ਨੇ ਵੀ ਕਹਿਣਾ ਕੀਤਾ ਕਿ ਤੁਸੀਂ ਇਹ ਭੋਜਨ ਛਕੋ। ਕਹਿਣ ਲੱਗੇ ਕਿਆ ਖਾਇਓ ਨੇ ਭੂਖ ਤੁਮਾਰੀ। ਪੁੱਤਰ ਜੀ ਅਜਿਹਾ ਕਿਹੜਾ ਕੀ ਤੁਸਾਂ ਨੇ ਛਕ ਲਿਆ ਜੋ ਤੁਹਾਨੂੰ ਭੁੱਖ ਨਹੀਂ ਲੱਗਦੀ? ਕੀ ਅਜਿਹਾ ਛਕ ਲਿਆ ਹੈ ਜੋ ਤੁਹਾਨੂੰ ਭੁੱਖ ਨਹੀਂ ਜਾਪਦੀ? ਕੋ ਭੋਜਨ ਕਰ ਤ੍ਰਿਪਤੀ ਤੁਮੈ, ਕਿਹੜਾ ਐਸਾ ਭੋਜਨ ਜਿਹੜਾ ਤੁਸਾਂ ਨੇ ਛਕਿਆ ਹੈ ਜਿਹਦੇ ਨਾਲ ਤੁਸੀਂ ਤ੍ਰਿਪਤ ਹੋਏ ਹੋ? ਸਰਬ ਸੁਨਾਵੋ ਸੋ ਕਹੋ ਹਮੇ, ਸਾਨੂੰ ਵੀ ਤੁਸੀਂ ਉਸ ਭੋਜਨ ਦੇ ਬਾਬਤ ਤੁਸੀਂ ਸੁਣਾਉਣਾ ਕਰੋ ਜਿਸ ਭੋਜਨ ਦੀ ਗੱਲ ਤੁਸੀਂ ਪਏ ਕਰਦੇ ਹੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਬਚਨ ਸੁਣੇ। ਹਮ ਆਹਾਰ ਆਨਿਓ ਨੇ ਖਾਏ, ਮਹਾਰਾਜ ਸੱਚੇ ਪਾਤਸ਼ਾਹ ਜੀ ਲੱਗੇ ਬਚਨ ਕਹਿਣ, ਕਹਿੰਦੇ ਅਸਾਂ ਨੇ ਇੱਕ ਵਾਰ ਭੋਜਨ ਛਕ ਲਿਆ ਹੈ। ਉਚਰ ਸੁਨਾਵੋ ਰਹਿ ਤ੍ਰਿਪਤਾਏ, ਉਹ ਮੈਂ ਤੁਹਾਨੂੰ ਹੁਣੇ ਹੀ ਉਚਰ ਸੁਣਾਉਂਦਾ ਹਾਂ। ਕੋ ਵਿਪਰੀਤ ਹਿਰਦੇ ਮੈਂ ਠਾਨੀ, ਇਸ ਪ੍ਰਕਾਰ ਮਹਿਤਾ ਕਲਿਆਣ ਦਾਸ ਜੀ ਫੇਰ ਲੱਗੇ ਕਹਿਣ, ਕੀ ਤੁਸਾਂ ਨੇ ਕਿਹੜੀ ਐਸੀ ਪੁੱਠੀ ਮਤ ਵਿਪਰੀਤ ਤੁਸਾਂ ਨੇ ਧਾਰਨ ਕੀਤੀ ਹੈ? ਸੁਨ ਸ਼੍ਰੀ ਨਾਨਕ ਬੋਲੇ ਬਾਣੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਿਤਾ ਜੀਆਂ ਦੇ ਅਜਿਹੇ ਪਾਵਨ ਬੋਲ ਸੁਣ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਉਚਾਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ, ਸਭ ਰਸ ਮਿੱਠੇ ਮੰਨਿਐ ਸੁਣਿਐ ਸਾਲੋਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਾਧ ਸੰਗਤ ਜੀਓ ਸ਼ਬਦ ਉਚਾਰਨ ਕੀਤਾ। ਜਦੋਂ ਸਤਿਕਾਰਯੋਗ ਮਾਤਾ ਜੀਆਂ ਨੇ ਪਿਤਾ ਜੀਆਂ ਨੇ ਜਿੱਦ ਕੀਤੀ ਭੋਜਨ ਪ੍ਰਸ਼ਾਦ ਛਕਣ ਦੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਪਾਵਨ ਪਵਿੱਤਰ ਬਚਨ ਨੂੰ ਉਚਾਰਦੇ ਹਨ। ਮਹਾਰਾਜ ਕੋਈ ਨਾ ਕੋਈ ਵਿਧ ਬਣਾਉਂਦੇ ਹਨ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਈ ਸ਼ਬਦ ਉਚਾਰਦੇ ਹਨ। ਸ਼ਬਦ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਜੀ ਕੋਲ ਨੇ ਜੋ ਪਹਿਲਾ ਰਾਗ ਹੈ ਪਾਵਨ ਪਵਿੱਤਰ ਬਾਣੀ ਦਾ, ਉਹ ਹੈ ਸਾਧ ਸੰਗਤ ਜੀਓ ਸ਼੍ਰੀ ਰਾਗ। ਮਹਾਰਾਜ ਜੀ ਸ਼ਬਦ ਉਚਾਰਦੇ ਹਨ, ਸਭ ਰਸ ਮਿੱਠਾ ਮੰਨਿਆ ਸੁਣੀਆਂ ਸਾਲੋਣੇ। ਭਾਈ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਮੰਨਣਾ, ਉਹ ਸਾਰੇ ਹੀ ਰਸ ਜਿਹੜੇ ਹਨ ਉਹ ਮਿੱਠੇ ਹਨ। ਪਰ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸਭ ਰਸ ਮਿੱਠਾ ਮੰਨਿਆ, ਉਹਦੇ ਨਾਮ ਨੂੰ ਮੰਨਣਾ ਤੇ ਉਹਦੇ ਨਾਮ ਨੂੰ ਸੁਣਨਾ। ਸਾਲੋਣੇ ਲੂਣ ਵਾਲੇ ਪਦਾਰਥ, ਉਹ ਸਾਰੇ ਲੂਣ ਵਾਲੇ ਪਦਾਰਥ ਹਨ। ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, ਫਿਰ ਮੁਖ ਤੋਂ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਨਾ, ਮੁਖ ਬੋਲਣਾ। ਉਹ ਕੀ ਹਨ? ਉਹ ਹਨ ਖਟ ਤੁਰਸੀ। ਖਟ ਤੁਰਸੀ ਪਦਾਰਥ ਖੱਟੇ ਮਿੱਠੇ ਸਵਾਦਲੇ ਪਦਾਰਥ। ਮਾਰਨ ਨਾਦ ਕੀਏ, ਨਾਦ ਕੀਏ ਤੋਂ ਭਾਵ ਸਾਧ ਸੰਗਤ ਜੀਓ ਪਰਿਪੂਰਨ ਪਰਮਾਤਮਾ ਦੀ ਕੀਰਤੀ ਗਾਇਨ ਕਰਨੀ, ਉਹ ਹੈ ਮਸਾਲਾ। ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਮੰਨਣਾ, ਉਹ ਹਨ ਮਿੱਠੇ ਪਦਾਰਥ। ਸਭ ਰਸ ਮਿੱਠਾ ਮੰਨਿਆ ਸੁਣੀਆ, ਪਰਮਾਤਮਾ ਦੇ ਨਾਮ ਨੂੰ ਸੁਣਨਾ, ਲੂਣ ਵਾਲੇ ਪਦਾਰਥ। ਸਤਿਗੁਰੂ ਮਹਾਰਾਜ ਬਚਨ ਕਰਦੇ ਹਨ, ਖਟ ਤੁਰਸੀ ਮੁਖ ਬੋਲਣਾ, ਮੁਖੋਂ ਪਰਮਾਤਮਾ ਦਾ ਨਾਮ ਬੋਲਣਾ, ਨਾਮ ਉਚਾਰਨ ਕਰਨਾ, ਉਹ ਹਨ ਖਟ ਤੁਰਸੀ। ਖੱਟੇ ਮਿੱਠੇ ਸਵਾਦਲੇ ਪਦਾਰਥ। ਮਾਰਨ ਨਾਦ ਕੀਏ, ਮਾਰਨ ਕਹਿੰਦੇ ਹਨ ਮਸਾਲੇ ਨੂੰ। ਬਾਣੀ ਵਿੱਚ ਕਈ ਥਾਈਂ ਇਹ ਸ਼ਬਦ ਆਇਆ ਹੈ ਮਾਰਨ। ਸਾਹਿਬ ਦਾ ਨਾਮ, ਉਸ ਪਰਿਪੂਰਨ ਪਰਮਾਤਮਾ ਦੀ ਕੀਰਤੀ ਗਾਇਨ ਕਰਨੀ, ਪਰਿਪੂਰਨ ਪਰਮਾਤਮਾ ਦਾ ਹਰਿ ਜਸ ਕਰਨਾ। ਮਹਾਰਾਜ ਕਹਿੰਦੇ ਭਾਈ ਇਹ ਮਾਰਨ ਨਾਮ, ਪਰਿਪੂਰਨ ਪਰਮਾਤਮਾ ਦਾ ਨਾਮ ਜੋ ਇਹ ਹੈ, ਇਹ ਮਸਾਲਾ ਹੈ। 36 ਅੰਮ੍ਰਿਤ ਪਾਉ ਏਕ
ਜਾਂ ਕੋ ਨਦਰ ਕਰੇ। हे ਮੇਰੇ ਮਾਲਕ ਸੱਚੇ ਪਾਤਸ਼ਾਹ, ਜਿਹਦੇ ਉੱਪਰ ਤੇਰੀ ਨਜ਼ਰੇ ਅਨਾਇਤ ਹੈ, ਉਹਦੇ ਵਾਸਤੇ ਇਹੋ ਹੀ 36 ਪ੍ਰਕਾਰ ਦੇ ਭੋਜਨ ਹਨ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। हे ਭਾਈ, हे ਵੀਰ, ਹੋਰ ਜਿਤਨੇ ਵੀ ਹਨ ਪਦਾਰਥ ਉਹ ਸਾਰੇ ਹੀ ਭਾਵ ਖੁਸ਼ੀ ਨੂੰ ਖੁਆਰ ਕਰਨ ਵਾਲੇ ਹਨ। ਸਾਧ ਸੰਗਤ ਜੀਓ, ਮਨੁੱਖ ਨੇ ਭੋਜਨ ਛਕਿਆ। ਭੋਜਨ ਪ੍ਰਸ਼ਾਦ ਛਕਣਾ ਸਮੇਂ ਦੇ ਨਾਲ, ਕਿਉਂਕਿ ਇਸ ਸਰੀਰ ਨੂੰ ਤਾਕਤ ਦੇਣ ਵਾਸਤੇ ਬਾਹਰੋਂ ਭੋਜਨ ਪ੍ਰਸ਼ਾਦ ਦੀ ਲੋੜ ਹੈ। ਮਨੁੱਖ ਨੇ ਭੋਜਨ ਛਕਿਆ। ਭੋਜਨ ਪ੍ਰਸ਼ਾਦ ਛਕਣ ਤੋਂ ਉਪਰੰਤ ਮਨੁੱਖ ਤ੍ਰਿਪਤ ਹੋ ਗਿਆ। ਇਸ ਤੋਂ ਅਲਾਵਾ ਜੋ ਫਰੀਦਕੋਟ ਟੀਕੇ ਵਾਲਿਆਂ ਨੇ, ਮਹਾਂਪੁਰਸ਼ਾਂ ਨੇ ਨਾਲ ਜਿਹੜੇ ਸੰਪਰਦਾਇ ਨਾਲ ਜਿਹੜੇ ਅਰਥ ਕੀਤੇ, ਉਹ ਵੀ ਅਤਿਅੰਤ ਸੁੰਦਰ। ਉਹਨਾਂ ਪਦਾਰਥਾਂ ਤੋਂ ਅਲੱਗਾ ਜਿਵੇਂ ਹੋਰ ਕੁਝ ਖਾਣ ਦੀ ਅੰਦਰ ਤ੍ਰਿਪਤੀ ਜਾਗੀ, ਕਿਉਂਕਿ ਜੀਵਤ ਰਹਿਣ ਵਾਸਤੇ ਸਾਧ ਸੰਗਤ ਜੀਓ ਭੋਜਨ ਪ੍ਰਸ਼ਾਦ ਛਕਣ ਦੀ ਜ਼ਰੂਰਤ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਇਹਨਾਂ ਸਵਾਸਾਂ ਨੂੰ ਜੀਵਤ ਰੱਖਣ ਵਾਸਤੇ, ਸਰੀਰ ਚੱਲਦਾ ਰੱਖਣ ਵਾਸਤੇ ਭੋਜਨ ਪ੍ਰਸ਼ਾਦ ਦੀ ਜ਼ਰੂਰਤ ਹੈ। ਮਨੁੱਖ ਭੋਜਨ ਪ੍ਰਸ਼ਾਦ ਛਕਦਾ ਹੈ। 2 ਫੁਲਕੇ ਛਕੇ, ਪ੍ਰਸ਼ਾਦਾ ਛਕਿਆ। ਉਸ ਤੋਂ ਉਪਰੰਤ ਜਿਹੜੇ ਹੋਰ ਪਦਾਰਥ ਹਨ, ਚਿੱਤ ਵਿੱਚ ਆਇਆ ਕਿ ਇਹਨਾਂ ਤੋਂ ਸਵਾਦਲੇ ਜਿਹੜੇ ਹੋਰ ਵੀ ਪਦਾਰਥ, ਉਹ ਅੰਦਰ ਇੱਕ ਇੱਛਾ ਜਾਗੀ, ਅੰਦਰ ਇੱਕ ਹੋਰ ਕੁਝ ਛਕਣ ਦੀ ਇੱਛਾ ਜਾਗੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਥੇ ਜਿਹੜੇ ਪਾਵਨ ਪਵਿੱਤਰ ਬਚਨ ਪਏ ਕਰਦੇ ਹਨ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਭਾਈ, ਹੋਰ ਖਾਣਾ ਜੋ ਹੈ ਭਾਵ ਉਹ ਜੀਵ ਨੂੰ ਨਿਰੀਆਂ ਖੁਆਰੀਆਂ ਹੀ ਕਰਦਾ ਹੈ। ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਜਿਨ੍ਹਾਂ ਨੂੰ ਖਾਣ ਦੇ ਨਾਲ ਮਨੁੱਖ ਦਾ ਜਿਹੜਾ ਤਨ ਹੈ, ਪ੍ਰਥਮ ਉਹ ਪੀੜਤ ਹੁੰਦਾ ਹੈ। ਮਨੁੱਖ ਦਾ ਤਨ ਰੋਗੀ ਹੁੰਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਹਨ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਚਲੋ ਜਿਵੇਂ ਹੁਣ ਜੋ ਸ਼ੂਗਰ ਦਾ ਰੋਗ, ਕਿਉਂਕਿ ਪ੍ਰਥਮ ਇਹ ਲੱਗਾ ਤਾਂ ਇਥੋਂ ਹੀ ਮਹਾਰਾਜ ਸ਼ਬਦ ਵਰਤਦੇ ਹਨ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਉਹ ਹੀ ਪਦਾਰਥ ਜਿਹੜਾ ਪ੍ਰਥਮ ਪਹਿਲਾਂ ਮਿੱਠਾ ਸੀ, ਉਹ ਬਾਅਦ ਵਿੱਚ ਉਸ ਜੀਵ ਵਾਸਤੇ ਸਾਧ ਸੰਗਤ ਜੀਓ ਕੌੜਾ ਹੋ ਗਿਆ। ਜਿਤ ਖਾਧਾ ਤਨ ਪੀੜੀਆ, ਤਨ ਪੀੜੀਆ ਕਹਿੰਦੇ ਨੇ ਤਨ ਰੋਗੀ ਹੋ ਗਿਆ। ਜਿਨ੍ਹਾਂ ਨੂੰ ਛਕਣ ਦੇ ਨਾਲ, ਜਿਨ੍ਹਾਂ ਨੂੰ ਖਾਣ ਦੇ ਨਾਲ ਤਨ ਰੋਗੀ ਵੀ ਹੋਇਆ। ਮਨ ਮੈਂ ਚੱਲੈ ਵਿਕਾਰ, ਤੇ ਜਿਨ੍ਹਾਂ ਨੂੰ ਖਾਣ ਦੇ ਨਾਲ ਸਾਧ ਸੰਗਤ ਜੀਓ ਮਨ ਵਿੱਚ ਹੋਰ ਵਿਕਾਰ ਪੈਦਾ ਹੋਏ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਿੱਖ ਦੇ ਵਾਸਤੇ ਜਿਹੜੇ ਨਿਯਮ ਵੀ ਬੰਨੇ ਹੋਏ ਹਨ। ਕਿਸ ਪ੍ਰਕਾਰ ਉਹਨੇ ਆਪਣਾ ਜੀਵਨ, ਕਿਸ ਪ੍ਰਕਾਰ ਉਹਨੇ ਜਿਉਣਾ ਹੈ। ਮਤਾ ਕਿਤੇ ਵੀ ਜੀਭ ਦੇ ਸਵਾਦਲੇ ਪਦਾਰਥ ਵੇਖਦਾ ਕਿਤੇ ਆਪਣੀ ਕਾਇਆ ਨੂੰ ਰੋਗ ਗ੍ਰਸਤ ਨਾ ਕਰ ਲਵੀਂ, ਕਿਤੇ ਆਪਣੀ ਕਾਇਆ ਨੂੰ ਇਹਨਾਂ ਰੋਗਾਂ ਵੱਲ ਨਾ ਪ੍ਰੇਰਿਤ ਕਰ ਲਵੀਂ। ਕਦੇ ਕੁਛ ਛਕ ਲਿਆ, ਕਦੇ ਕੁਝ ਛਕ ਲਿਆ ਇਸ ਜੀਭ ਦੇ ਕਹੇ ਹੋਏ ਅਨੁਸਾਰ। ਤੇ ਮਹਾਰਾਜ ਕਹਿੰਦੇ ਭਾਈ, ਜਿਤ ਖਾਧਾ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਭਾਈ, ਜਿਨ੍ਹਾਂ ਨੂੰ ਖਾਣ ਦੇ ਨਾਲ, ਜਿਨ੍ਹਾਂ ਪਦਾਰਥਾਂ ਨੂੰ ਛਕਣ ਦੇ ਨਾਲ ਤਨ ਪੀੜੀਐ ਕਹੀਏ, ਤਨ ਰੋਗੀ ਹੋਇਆ। ਜਦੋਂ ਤਨ ਰੋਗੀ ਹੋਇਆ, ਫਿਰ ਜਿਹੜੇ ਅੰਦਰ ਹਿਰਦੇ ਦੇ ਅੰਦਰ ਸਨ ਭਾਈ ਵਿਕਾਰਾਂ ਨੇ ਪੀ ਹੋਰ ਉੱਥੇ ਜਨਮ ਲਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਸ਼ਬਦ ਪਾਵਨ ਉਚਾਰਨ ਕਰ ਰਹੇ ਹਨ। ਰਹਾਉ ਚੌਪਈ ਅਸ ਕੈ ਸ਼੍ਰੀ ਗੁਰ ਤੂਸ਼ਨ ਠਾਨੀ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਸ਼ਬਦ ਦਾ ਪ੍ਰਥਮ ਪਹਿਲਾ ਬੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ। ਪੁਨ ਤ੍ਰਿਪਤਾ ਪਿਕ ਬੋਲੀ ਬਾਣੀ। ਫਿਰ ਸਤਿਕਾਰਯੋਗ ਮਾਤ ਤ੍ਰਿਪਤਾ ਜੀ ਮੁਖੋ ਬਚਨ ਉਚਾਰੇ। ਵੇਖ ਫਕੀਰੀ ਅਬ ਸੁਤ ਤਜੀਏ। ਪੁੱਤਰ ਵੇਖ ਤੁਸਾਂ ਜੋ ਉਹ ਆਪਣੇ ਤਨ ਦੇ ਪਿੰਡੇ ਤੇ ਆ ਕਿਹੜੇ ਵਸਤਰ ਪਾਏ ਹੋਏ ਹਨ, ਫਕੀਰਾਂ ਵਾਲੇ ਕੱਪੜੇ ਤਨ ਦੇ ਉੱਪਰ ਪਾਟੇ ਹੋਏ ਹਨ। ਮਾਤਾ ਜੀਆਂ ਦੇ ਵੇਖ ਕਰਕੇ ਸਾਰਾ ਹਾਲ
ਬੜਾ ਮਨ ਮਾਤਾ ਜੀਆਂ ਦਾ ਅੰਦਰ ਜਿਹੜਾ ਸੀ ਸਾਧ ਸੰਗਤ ਜੀਓ ਵੈਰਾਗ ਵਿੱਚ ਹੋਇਆ। ਪੁੱਤਰ ਤੂੰ ਆ ਫਕੀਰਾਂ ਵਾਲਾ ਜੋ ਪਾਇਆ ਹੋਇਆ ਹੈ ਨਾ ਚੋਲਾ, ਤੂੰ ਇਹਨੂੰ ਉਤਾਰ ਦੇ। ਨੀਕੇ ਬਸਤਰ ਪਹਿਰ ਤਨ ਸਜੀਏ। ਸੋਹਣੇ ਤੁਸੀਂ ਵਸਤਰ ਪਾਓ ਔਰ ਪਹਿਨ ਕਰਕੇ ਤੁਸੀਂ ਸੋਹਣੇ ਬਣ ਜਾਓ। ਨਾਹੀ ਸੋਹਤ ਏ ਤੁਜ ਤਾਈ। ਪੁੱਤਰ ਤੈਨੂੰ ਇਹ ਸਾਰਾ ਜੋ ਤੂੰ ਤਨ ਦੇ ਉੱਪਰ ਪਹਿਨੇ ਹੋਏ ਹਨ ਇਹ ਤੈਨੂੰ ਸ਼ੋਭਦੇ ਨਹੀਂ। ਮਾਨੋ ਕਹਿਓ ਮਾਤ ਬਲ ਜਾਈ। ਮਾਤਾ ਤੇਥੋਂ ਬਲਿਹਾਰ ਜਾਏ, ਤੂੰ ਮੇਰਾ ਕਹਿਣਾ ਹੋਇਆ ਕਿਆ ਹੋਇਆ, ਤੂੰ ਪੁੱਤਰ ਮੇਰਾ ਮੰਨ ਲੈ। ਸੰਤ ਸੁਭਾਏ ਤੁਮਾਰ ਸਦੀਵਾ। ਪੁੱਤਰ ਤੇਰਾ ਨਿੱਕੇ ਹੁੰਦੇ ਦਾ ਸੁਭਾਅ ਹੀ ਏਦਾਂ ਦਾ ਸੀ, ਸੰਤ ਸੁਭਾਅ ਸੀ ਪੁੱਤਰ ਤੇਰਾ ਨਿੱਕੇ ਹੁੰਦੇ ਦਾ। ਸਦੀਵ ਤੋਂ ਭਾਵ ਚਿਰੰਕਾਲ ਤੋਂ ਤੇਰਾ ਜਿਹੜਾ ਉਹ ਸੁਭਾਅ ਰਿਹਾ ਹੈ। ਜਨ ਵਡਿਆਈ ਕੇ ਪਲ ਸੀਵਾ। ਭਾਵ ਤੇਰਾ ਇਹੋ ਸੁਭਾਅ ਨਿੱਕੇ ਹੁੰਦਿਆਂ ਤੋਂ ਇਹੋ ਵਡਿਆਈ ਵਾਲਾ। ਗੁਰੂ ਕਹੇ ਨੀਕੇ ਪਟ ਤਾਰੇ। ਮਹਾਰਾਜ ਕਹਿੰਦੇ ਮਾਤਾ ਜੀ ਮੈਂ ਸੋਹਣੇ ਕੱਪੜੇ ਪਾਏ ਹੋਏ ਹਨ। ਨੀਕੇ ਪਟ ਧਾਰੇ, ਮਾਤਾ ਮੈਂ ਤਾਂ ਬਹੁਤ ਸੁੰਦਰ ਵਸਤਰ ਪਹਿਨੇ ਹੋਏ ਹਨ। ਜਾਏ ਨ ਕਬੋਂ ਰਹੇ ਸੰਗਾਰੇ। ਇਹ ਨਾ ਕਦੇ ਜਿਹੜੇ ਮੈਂ ਵਸਤਰ ਪਹਿਨੇ ਹੋਏ ਹਨ ਇਹ ਛਿਜਦੇ ਵੀ ਨਹੀਂ, ਇਹ ਵਸਤਰ ਪਾਟਦੇ ਵੀ ਨਹੀਂ, ਹਮੇਸ਼ਾ ਨਵੇਂ ਨਵੀਨ ਰਹਿੰਦੇ ਹਨ। ਹੋਏ ਨ ਪੁਰਾਤਨ ਸਦਾ ਨਵੀਨੇ। ਇਹ ਹਮੇਸ਼ਾ ਨਵੀਨੇ ਹਨ, ਕਦੇ ਵੀ ਪੁਰਾਤਨ ਨਹੀਂ ਹੁੰਦੇ ਜਿਹੜੇ ਮੈਂ ਵਸਤਰ ਪਹਿਨੇ ਹੋਏ ਹਨ। ਅਪਰ ਨ ਪੈਰਨ ਕੋ ਮਨ ਕੀਨੇ। ਹੋਰ ਕੁਝ ਪਹਿਨਣ ਨੂੰ ਮਾਂ ਮੇਰਾ ਚਿੱਤ ਵੀ ਨਹੀਂ ਕਰਦਾ। ਜਿਹੜੇ ਵਸਤਰ ਮੈਂ ਇੱਕ ਵਾਰੀ ਪਾ ਲਏ, ਧਾਰਨ ਕਰ ਲਏ ਮਾਤਾ, ਹੋਰ ਕੁਝ ਪਹਿਨਣ ਨੂੰ ਮੇਰਾ ਚਿੱਤ ਵੀ ਨਹੀਂ ਕਰਦਾ। ਕਾਲੂ ਕਹੇ ਕਹਾਂ ਤਨ ਧਾਰੇ। ਪੁੱਤਰ ਇਹਨੇ ਨੂੰ ਕੋਲੋਂ ਸਤਿਕਾਰਯੋਗ ਪਿਤਾ ਜੀ ਕੋਲੋਂ ਬਚਨ ਕਰਨ ਲੱਗੇ, ਕਹਿਣ ਲੱਗੇ ਤੁਸਾਂ ਨੇ ਕੀ ਪਹਿਨਿਆ, ਕੀ ਹੋਇਆ ਹੈ, ਮੈਨੂੰ ਤਾਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਹਮਨੇ ਤੋ ਕਬ ਨਹੀਂ ਨਿਹਾਰੇ। ਅਸੀਂ ਤਾਂ ਅਜਿਹਾ ਕੁਝ ਵੇਖਿਆ ਨਹੀਂ ਵੀ ਜਿਹਦੇ ਨਾਲ ਕਹਿ ਸਕੀਏ ਵੀ ਤੂੰ ਬੜੇ ਸੋਹਣੇ ਕੱਪੜੇ ਪਾਏ ਹੋਏ ਹਨ। ਤੇਰੇ ਤਨ ਦੇ ਉੱਪਰ ਇਹ ਵਸਤਰ ਸ਼ੋਭਦੇ ਨਹੀਂ। ਪੈਰੋ ਤੋਂ ਉੱਪਰ ਹੋਏ। ਜੇ ਤੁਸੀਂ ਕੁਝ ਪਹਿਰੋ, ਜੇ ਤੁਹਾਡੇ ਕੋਲ ਕੋਈ ਕੱਪੜੇ ਪਹਿਨੇ ਹੋਏ ਹੋਣ ਤੇ ਤੁਹਾਡੇ ਪਿੰਡੇ ਤੇ ਹੋਣ। ਜਿਨੇ ਬਿਲੋਕ ਲਏ ਸਭ ਕੋਏ। ਜਿਨ੍ਹਾਂ ਨੂੰ ਲੋਕ ਆਪਣੀਆਂ ਅੱਖਾਂ ਨਾਲ ਵੇਖ ਲੈਣ। ਗਿਰਾ ਪਿਤਾ ਕੀ ਸੁਨ ਗੁਣ ਐਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਣਾਂ ਦੀ ਖਾਣ ਮਹਾਰਾਜ। ਪਿਤਾ ਜੀਆਂ ਤੋਂ ਜਦੋਂ ਇਹ ਬੋਲ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੁਣੇ ਹਨ। ਸਮਝਾਵਨ ਇਤ ਉਚਰੇ ਬੈਨਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਦਾ ਦੂਸਰਾ ਪਦਾ ਉਚਾਰਦੇ ਹਨ। ਪਹਿਰਨ ਕੀ ਸਭ ਰੀਤ ਬਤਾਈ। ਜੋ ਪਹਿਨਣਾ ਹੈ, ਜੋ ਹਮੇਸ਼ਾ ਤਨ ਦੇ ਉੱਪਰ ਜਿਹਦੇ ਨਾਲ ਪ੍ਰਭੂ ਦੇ ਦੁਆਰੇ ਤੇ ਸਦੀਵੀ ਪੱਤ ਟੱਕੀ ਜਾਏਗੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਵਸਤਰਾਂ ਦੀ ਗੱਲ ਕਰਦੇ ਹਨ। ਜਿਹੜਾ ਵਸਤਰਾਂ ਦੇ ਪਹਿਰਨ ਦੇ ਨਾਲ ਪਰਿਪੂਰਨ ਪਰਮਾਤਮਾ ਦੇ ਦੁਆਰੇ ਤੇ ਨਗੇਜ ਟੱਕਿਆ ਜਾਏਗਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਵਸਤਰਾਂ ਦੀ ਬਾਤ ਮਹਾਰਾਜ ਜੀ ਪਾਉਣ ਲੱਗੇ। ਜਿਹ ਕਰ ਮਨੁਜ ਪਰਮ ਗਤ ਪਾਈ। ਜਿਨ੍ਹਾਂ ਵਸਤਰਾਂ ਨੂੰ ਪਹਿਰਨ ਦੇ ਨਾਲ ਮਨੁੱਖ ਨੇ ਪਰਮ ਗਤ, ਪਰਮ ਪਦਵੀ ਮਨੁੱਖ ਧਾਰਨ ਕਰ ਲਵੇ। ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਹਿਨਣ ਦੇ ਸੰਬੰਧ ਦੇ ਅੰਦਰ ਕੀ ਪਹਿਨਣਾ ਹੈ, ਕਿਸ ਪ੍ਰਕਾਰ ਮਨੁੱਖ ਨੇ ਤਨ ਦੇ ਉੱਪਰ ਕਪੜਾ ਧਾਰਨ ਕਰਨਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਸਰਾ ਪਦਾ ਉਚਾਰਦੇ ਹਨ। ਮਾਂ ਰੱਤਾ ਪਹਿਨਣ, ਮਨ ਰੱਤਾ, ਮੇਰਾ ਮਨੁਆ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਰੱਤਾ ਹੋਇਆ ਹੈ, ਰੰਗਿਆ ਹੋਇਆ ਹੈ। ਉਹ ਕੀ ਹੈ, ਉਹ ਮੇਰੇ ਵਾਸਤੇ ਲਾਲ ਸੂਹਾ ਵਸਤਰ ਹੈ। ਰੱਤਾ ਪਹਿਨਣ, ਮਨ ਰੱਤਾ, ਮਨ ਉਸ ਪਰਿਪੂਰਨ ਪਰਮਾਤਮਾ ਦੇ ਰੰਗ ਦੇ ਵਿੱਚ ਰੱਤਿਆ ਹੋਇਆ, ਇਹੋ ਮੇਰੇ ਵਾਸਤੇ ਲਾਲ ਚੋਲਣਾ ਹੈ, ਇਹੋ ਮੇਰੇ ਵਾਸਤੇ ਲਾਲ ਸੂਹਾ ਵਸਤਰ ਹੈ। ਸੁਪੇਦੀ ਸਤਦਾਨ, ਸਤਦਾਨ ਲੋੜਵੰਦਾਂ ਦੀ ਸੇਵਾ ਕਰਨੀ, ਇਹੋ ਮੇਰੇ ਵਾਸਤੇ ਚਿੱਟੀ ਪੋਸ਼ਾਕ ਤਨ ਤੇ ਧਾਰਨ ਕੀਤੀ ਹੋਈ ਹੈ। ਪ੍ਰਥਮ ਮਹਾਰਾਜੀਆਂ ਨੇ ਸ਼ਬਦ ਕਿਹਾ ਪ੍ਰਮਾਤਮਾ ਦੇ ਨਾਲ ਅੰਦਰ ਰੰਗਿਆ ਜਾਣਾ, ਇਹ ਹੈ ਲਾਲ ਚੋਲਣਾ।
ਦੂਸਰਾ ਹੈ ਲੋੜਵੰਦਾਂ ਦੀ ਸੱਤ ਦਾਨ। ਇਹ ਕੀ ਹੈ? ਇਹ ਹਨ ਸੁਪੇਦੀ। ਸੁਪੇਦੀ ਕਹੀਏ ਚਿੱਟੀ ਪੁਸ਼ਾਕ ਮੇਰੇ ਲਈ ਇਹੋ ਹੈ। ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਤੇ ਆਨ। ਕਦਾ ਕਰਨੀ ਪਾਪਾਂ ਦੀ ਕਾਲਖ ਨੂੰ ਕੱਟ ਦੇਣਾ। ਨੀਲੀ ਸਿਆਹੀ ਕਦਾ ਕਰਨੀ ਪਾਪਾਂ ਦੀ ਕਾਲਖ, ਪਾਪਾਂ ਦੀ ਮੈਲ ਨੂੰ ਕੱਟਣਾ। ਮਹਾਰਾਜ ਕਹਿੰਦੇ ਇਹ ਮੇਰੇ ਵਾਸਤੇ ਜੋ ਹੈ ਇਹ ਹੈ ਨੀਲੀ ਪੁਸ਼ਾਕ। ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਇਹੋ ਮੇਰੇ ਵਾਸਤੇ ਚੋਲਾ ਹੈ। ਮਾਂ ਮੈਂ ਇਹ ਧਾਰਨ ਕੀਤੇ ਹੋਏ ਹਨ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਅਜਿਹੇ ਸਾਧ ਸੰਗਤ ਜੀਓ ਅਨੇਕਾਂ ਪਾਵਨ ਪਵਿੱਤਰ ਮੁਬਾਰਕ ਸ਼ਬਦਾਂ ਦੇ ਦੀਦਾਰ ਕਰਨੇ ਹਨ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਪਾਵਨ ਪਵਿੱਤਰ ਵਿਸ਼ਿਆਂ ਤੇ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤੇ। ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਪਹਿਰਨ ਮੇਰੇ ਵਾਸਤੇ ਉਹ ਚੋਲਾ ਹੈ ਕਿਹੜਾ? ਪੈਰ ਧਿਆਨ, ਸਾਹਿਬ ਦੇ ਚਰਨਾਂ ਦਾ ਧਿਆਨ। ਕਰਮ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਜੋ ਕਮਰ ਬੰਦ ਹੈ, ਕਮਰ ਬੰਦ ਸੰਤੋਖ ਕਾ। ਮੈਂ ਆਪਣੇ ਲੱਕ ਦੇ ਦੁਆਲੇ ਜੋ ਕਮਰ ਕੱਸਾ ਕੀਤਾ ਹੈ ਉਹ ਹੈ ਸੰਤੋਖ ਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਲੋੜਵੰਦਾਂ ਦੀ ਸੇਵਾ ਕਰਨੀ ਸਤ ਸੰਤੋਖ, ਪਾਪਾਂ ਦੀ ਮੈਲ ਕੱਟਣੀ ਨੀਲਾ ਚੋਲਾ, ਸਾਹਿਬ ਦੇ ਚਰਨਾਂ ਦਾ ਧਿਆਨ ਇਹ ਵੀ ਇੱਕ ਚੋਲਾ। ਔਰ ਮਹਾਰਾਜ ਹੁਣ ਉੱਪਰੋਂ ਲੱਗੇ ਕਹਿਣ ਜੋ ਹੁਣ ਕਮਰ ਕੱਸਾ ਹੈ ਕਮਰ ਬੰਦ ਪੇਟੀ, ਉਹ ਕੀ ਹੈ? ਕਮਰ ਬੰਦ ਸੰਤੋਖ ਕਾ। ਇਹ ਸੰਤੋਖ ਦਾ ਮੇਰੇ ਕੋਲ ਕਮਰ ਬੰਦ ਹੈ। ਧਨ ਜੋਬਨ ਤੇਰਾ ਨਾਮ। ਇਹ ਸਾਹਿਬ ਜੀ ਆਪ ਜੀਆਂ ਦਾ ਨਾਮ ਮੇਰੇ ਵਾਸਤੇ ਇਹੋ ਧਨ ਦੌਲਤ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਹੇ ਭਾਈ ਹੇ ਵੀਰ ਹੋਰ ਪਹਿਨਣਾ ਜੀਵ ਨੂੰ ਖੁਸ਼ੀ ਭਾਵ ਉਹਨੂੰ ਖੁਸ਼ੀਆਂ ਨੂੰ ਖੁਆਰ ਹੀ ਕਰਦਾ ਹੈ। ਜਿਤ ਪੈ ਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਜਿਨ੍ਹਾਂ ਵਸਤਰਾਂ ਨੂੰ ਪਹਿਰਨ ਦੇ ਨਾਲ ਤਨ ਪੀੜੀਐ ਕਹੀਏ ਤਨ ਦੁਖੀ ਹੋਵੇ ਤਥਾ ਉਹਨਾਂ ਵਸਤਰਾਂ ਨੂੰ ਪਹਿਰਨ ਦੇ ਨਾਲ ਮਨ ਮੈਂ ਚੱਲੈ ਵਿਕਾਰ। ਜਿਨ੍ਹਾਂ ਵਸਤਰਾਂ ਨੂੰ ਧਾਰਨ ਕਰਨ ਦੇ ਨਾਲ ਜੀਵ ਦੇ ਹਿਰਦੇ ਦੇ ਅੰਦਰ ਵਿਕਾਰ ਹੀ ਵਿਕਾਰ ਚੱਲਦੇ ਹਨ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਮੁਬਾਰਕ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਚਾਰਨ ਕੀਤਾ। ਰਹਾਉ ਦੋਹਰਾ ਬਾਵਰ ਬਾतें त्याग ਕੈ ਕਾਲੂ ਬੋਰੇ ਅਲਾਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਮੁਖ ਤੋਂ ਦੋਵੇਂ ਬਾਤਾਂ ਸੁਣ ਕਰਕੇ ਪਿਤਾ ਮਹਿਤਾ ਕਾਲੂ ਜੀ ਲੱਗੇ ਕਹਿਣ ਕਹਿੰਦੇ ਤੁਸੀਂ ਇਹ ਕਿਹੜੀਆਂ ਬਾਤਾਂ ਕਰ ਰਹੇ ਹੋ? ਬਾਵਰ ਬਾਤਾਂ ਤਿਆਗ ਕਰ। ਤੁਸੀਂ ਇਹ ਆਲ ਪਤਾਲ ਜੋ ਤੁਸੀਂ ਆਪਣੀ ਰਸਨਾ ਤੋਂ ਮੁਖੋਂ ਕਹਿ ਰਹੇ ਹੋ ਤੁਸੀਂ ਇਹ ਛੱਡੋ। ਕਹਿਆ ਮਾਨ ਕਰ ਕੋ ਚਲੋ ਫਿਰ ਆਏ ਬਹੁ ਥਾਈ। ਹੁਣ ਤੁਸੀਂ ਇੱਕ ਕੰਮ ਕਰੋ, ਆਓ ਘਰ ਨੂੰ ਚੱਲੀਏ। ਤੁਸੀਂ ਜੋ ਵੀ ਇਹ ਗੱਲਾਂ ਕਰ ਰਹੇ ਹੋ ਸਮਝ ਨਹੀਂ ਆ ਰਹੀ, ਆਓ ਤੁਸੀਂ ਆਪਾਂ ਹੁਣ ਘਰ ਨੂੰ ਚੱਲੀਏ, ਫਿਰ ਜਿੱਥੇ ਤੁਹਾਡਾ ਚਿੱਤ ਕਰੇ ਤੁਸੀਂ ਚਲੇ ਜਾਣਾ। ਚੌਪਈ ਰਹੋ ਧਾਮ ਕੀਜੇ ਬਿਸਰਾਮੋ। ਆਪਣੇ ਘਰ ਵਿੱਚ ਰਹੋ, ਤੁਸੀਂ ਸੁਖ ਮਾਣੋ, ਵਿਸ਼ਰਾਮ ਕਰੋ। ਜਾਵਨ ਕੋ ਨੈ ਲੀਜੇ ਨਾਮੋ। ਹੁਣ ਵਾਰ-ਵਾਰ ਤੁਸੀਂ ਇੱਥੋਂ ਜਾਣਦੀਆਂ ਤੁਸੀਂ ਇੱਥੋਂ ਗੱਲਾਂ ਨਾ ਕਰੋ। ਬਾਜਨ ਪਰ ਆਰੂੜਤ ਹੋਵੋ। ਤੁਸੀਂ ਹੁਣ ਆ ਵੇਖੋ ਮੈਂ ਘੋੜੀ ਲੈ ਕਰਕੇ ਆਇਆ ਹਾਂ ਤੁਹਾਡੇ ਵਾਸਤੇ, ਤੁਸੀਂ ਇਸ ਘੋੜੀ ਪਰ ਸਵਾਰ ਹੋਵੋ। ਚਰਨ ਚਲਨ ਸ਼ਰਮ ਸਭਈ ਖੋਵੋ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪੈਦਲ ਚੱਲਦਿਆਂ ਨੂੰ, ਕਿੰਨਾ ਤੁਸਾਂ ਨੇ ਪੈਂਡਾ ਕੱਟਿਆ, ਕਿੰਨੇ ਵਰੇ ਤੁਸੀਂ ਇਦਾਂ ਹੀ ਚੱਲਦੇ ਰਹੇ। ਤੁਸੀਂ ਹੁਣ ਇੱਕ ਕੰਮ ਕਰੋ, ਆ ਤੁਹਾਡੇ ਵਾਸਤੇ ਘੋੜੀ ਲੈ ਕੇ ਆਇਆ ਹਾਂ, ਤੁਸੀਂ ਇਹਦੀ ਵਰਤੋਂ ਕਰੋ। ਸੁਨ ਸ਼੍ਰੀ ਨਾਨਕ ਬੈਣੀ ਉਚਾਰੇ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਬਚਨ ਉਚਾਰਦੇ ਹਨ। ਇਹ ਬਾਜਨ ਨੇ ਕਾਜ ਹਮਾਰੇ। ਜੀ ਇਹ ਘੋੜੀਆਂ ਸਾਡੀਆਂ ਕਿਹੜੇ ਕੰਮ ਹਨ? ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫਿਰ ਬਚਨ ਉਚਾਰਿਆ, ਪਿਤਾ ਜੀ
ਆ ਘੋੜੀ ਸਾਡੀ ਕਿਹੜੇ ਕੰਮ। ਸੁੰਦਰ ਸਦਾ ਰਹਿਤ ਜੋ ਸੰਗਾ, ਜੋ ਸਾਡੇ ਕੋਲ ਹੈ ਘੋੜੀ ਤੁਸੀਂ ਉਹ ਸੁਣੋ। ਐਸੋ ਐ ਮਮ ਪਾਸ ਤੁਰੰਗਾ, ਉਹ ਘੋੜੀ ਸਦੀਵੀ ਮੇਰੇ ਕੋਲ ਹੈ ਜਿਹਦੇ ਉੱਪਰ ਅਸੀਂ ਅਸਵਾਰੀ ਕਰਦੇ ਹਾਂ। ਅਜਿਹੀ ਘੋੜੀ ਸਾਡੇ ਕੋਲ ਪ੍ਰਥਮ ਹੀ ਹੈ। ਕਾਲੂ ਕਏ ਨਾ ਦੇਤ ਦਿਖਾਈ, ਪਿਤਾ ਜੀ ਲੱਗੇ ਕਹਿਣ, ਪਹਿਲਾਂ ਕਹਿੰਦੇ ਤੁਹਾਡੇ ਤੁਸਾਂ ਵਸਤਰਾਂ ਦੀ ਗੱਲ ਕੀਤੀ ਉਹ ਤੁਹਾਡੇ ਕੋਲ ਨਹੀਂ, ਹੁਣ ਤੁਸੀਂ ਘੋੜੀ ਦੀ ਗੱਲ ਕੀਤੀ, ਮੈਨੂੰ ਤਾਂ ਉਹ ਘੋੜੀ ਕਿਤੇ ਵੀ ਦਿਖਾਈ ਨਹੀਂ ਦਿੰਦੀ। ਅਸ ਤੋ ਰੰਗ ਬਾਂਧਿਓ ਕੈ ਥਾਈ, ਚਲੋ ਜੇ ਹੈ ਤਾਂ ਕਿਹੜੀ ਥਾਂ ਤੇ, ਕਿੱਥੇ ਤੁਸੀਂ ਬੰਨ ਕੇ ਆਏ ਹੋ। ਚਲੋ ਜੇ ਘੋੜੀ ਤੁਹਾਡੇ ਕੋਲ ਹੈ ਦੱਸੋ ਉਹ ਘੋੜੀ ਹੈ ਕਿੱਥੇ। ਕਿਤੇ ਪਿਛਾਂ ਤਾਂ ਨਹੀਂ ਤੁਸੀਂ ਕਿਤੇ ਰੁੱਖ ਦੇ ਨਾਲ, ਕਿਤੇ ਕਿਸੇ ਕਿੱਲੇ ਦੇ ਨਾਲ ਤੁਸੀਂ ਬੰਨ ਕੇ ਆ ਗਏ, ਕਿੱਥੇ ਹੈ ਉਹ ਘੋੜੀ। ਸੁਨ ਪਿਤ ਕੇ ਬਚ ਪੰਕਜ ਬਦਨਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਿਤਾ ਜੀਆਂ ਦੇ ਮੁਬਾਰਕ ਰਸਨਾ ਤੋਂ ਇਹ ਸ਼ਬਦ ਸੁਣਿਆ। ਤ੍ਰਿਤੀਏ ਸ਼ਬਦ ਪਦ ਕੈ ਸੁਖ ਸਦਨਾ, ਫਿਰ ਮਹਾਰਾਜ ਜੀਆਂ ਨੇ ਸ਼ਬਦ ਦਾ ਤੀਸਰਾ ਪਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਘੋੜੇ ਪਾਖਰ ਸੋਏ ਨੇ ਸਾਖਤ, ਬੁੱਝਣ ਤੇਰੀ ਵਾਟ। ਹੇ ਪਰਿਪੂਰਨ ਪਰਮਾਤਮਾ ਬੁੱਝਣ ਤੇਰੀ ਵਾਟ, ਤੇਰੇ ਘਰ ਦਾ ਰਸਤਾ ਜਾਣਨਾ ਇਹੋ ਮੇਰੇ ਵਾਸਤੇ। ਸੋਨੇ ਦੀਆਂ ਕਾਠੀਆਂ ਵਾਲੀਆਂ ਘੋੜੀਆਂ ਮੇਰੇ ਵਾਸਤੇ ਇਹੋ ਹਨ, ਤੇਰੇ ਘਰ ਦਾ ਰਸਤਾ ਜਾਣਨਾ। ਜੇ ਅੰਦਰ ਤੇਰੇ ਘਰ ਦਾ ਰਸਤਾ ਜਾਣਨ ਦਾ ਖਿਆਲ ਹੀ ਪੈਦਾ ਹੋ ਜਾਏ ਪਰਿਪੂਰਨ ਪਰਮਾਤਮਾ, ਇਹੋ ਮੇਰੇ ਵਾਸਤੇ ਘੋੜੀ ਹੈ। ਘੋੜੀ ਵੀ ਕੋਈ ਆਮ ਨਹੀਂ, ਉਹ ਘੋੜੀ ਜਿਹਦੇ ਉੱਪਰ ਸੋਨੇ ਦੀ ਕਾਠੀ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਪਾਵਨ ਪਵਿੱਤਰ ਸ਼ਬਦ ਦਾ ਤੀਸਰਾ ਪਦਾ ਉਚਾਰਨ ਕੀਤਾ। ਤਥਾ ਸਾਧ ਸੰਗਤ ਜੀਓ ਪਾਵਨ ਪਵਿੱਤਰ ਸ਼ਬਦ ਮੁਬਾਰਕ ਸਤਿਗੁਰੂ ਜੀਓ ਕੇ ਪਾਵਨ ਅੰਗ 15-16 ਅੰਗ ਤੇ ਉੱਪਰ ਮਹਾਰਾਜ ਜੀਆਂ ਦੇ ਸ਼ਬਦ ਉਪਸਥਿਤ ਹਨ। ਮਹਾਰਾਜ ਜੀਆਂ ਨੇ ਜਿੱਥੇ ਸ਼ਬਦ ਅੰਕਿਤ ਕੀਤੇ ਹੋਏ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਕੀ ਪਾਵਨ ਬਾਣੀ ਅੰਦਰ। ਘੋੜੇ ਪਾਖਰ ਸੋਨੇ ਸਾਖਤ ਬੁੱਝਣ ਤੇਰੀ ਵਾਟ, ਤੇਰੇ ਘਰ ਦਾ ਰਸਤਾ ਜਾਣਨਾ ਮਾਲਕ ਜੀ ਇਹੋ ਮੇਰੇ ਵਾਸਤੇ ਸੋਨੇ ਦੀ ਕਾਠੀ ਵਾਲੀ ਘੋੜੀ ਹੈ। ਤਰਕਸ ਤੀਰ ਕਮਾਨ ਸਾਂਗ, ਤੇਗ ਬੰਦ ਗੁਣ ਤਾਤ। ਔਰ ਨੇਕੀ ਕਰਨਾ ਮੇਰੇ ਵਾਸਤੇ ਤਰਕਸ ਤੀਰ ਕਮਾਨ ਸਾਂਗ ਬਰਛੀ ਗਾਤਰਾ ਔਰ ਕਮਾਨ ਮੇਰੇ ਵਾਸਤੇ ਮਾਲਕ ਜੀ ਗੁਣ ਧਾਤ ਕਹੀਏ ਇਹੋ ਹੀ ਨੇਕੀ ਕਰਨਾ ਹੈ। ਵਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜਾਤ। ਮਾਲਕ ਜੀ ਮੈਂ ਆਪ ਜੀਆਂ ਦੇ ਦੁਆਰੇ ਤੇ ਸੁਰਖਰੂ ਹੋ ਕੇ ਜਾਵਾਂ, ਪਤ ਸਿਉ ਪ੍ਰਗਟ। ਮਾਲਕ ਜੀ ਮੈਂ ਆਪ ਜੀਆਂ ਦੇ ਦੁਆਰੇ ਤੇ ਸੁਰਖਰੂ ਪਤ ਸਹਿਤ ਜਾਵਾਂ, ਇਹੋ ਮੇਰੇ ਵਾਸਤੇ ਕੀ ਹੈ, ਇਹ ਹੈ ਵਾਜਾ ਨੇਜਾ। ਮੈਂ ਆਪ ਜੀਆਂ ਦੇ ਦੁਆਰੇ ਤੇ ਸੁਰਖਰੂ ਹੋ ਕੇ ਜਾਵਾਂ, ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਵਾਂ, ਇਹੋ ਮੇਰੇ ਵਾਸਤੇ ਹੈ ਵਾਜਾ ਨੇਜਾ। ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ, ਤੇਰੀ ਨਜ਼ਰੇ ਅਨਾਇਤ ਹੀ ਮਾਲਕ ਸੱਚੇ ਪਾਤਸ਼ਾਹ, ਤੇਰੀ ਮਿਹਰ ਹੀ ਮੇਰੇ ਵਾਸਤੇ ਉੱਚੀ ਕੁੱਲ ਹੈ। ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਭਾਈ ਹੈ ਵੀਰ ਹੋਰ ਚੜਨਾ ਜੀਵ ਨੂੰ ਖੁਸ਼ੀ ਭਾਵ ਉਹਦੀਆਂ ਖੁਸ਼ੀਆਂ ਨੂੰ ਖੁਆਰ ਕਰਦਾ ਹੈ। ਜਿਤ ਚੜਿਐ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਜਿਨ੍ਹਾਂ ਦੇ ਉੱਪਰ ਭਾਵ ਚੜਨ ਦੇ ਨਾਲ ਜੀਵ ਦਾ ਤਨ ਪੀੜਤ ਹੋਵੇ ਤਥਾ ਮਨ ਦੇ ਅੰਦਰ ਵਿਕਾਰ ਪੈਦਾ ਹੋਵਣ। ਰਹਾਉ ਚੌਪਈ ਸੁਨ ਕਾਲੂ ਤਬ ਤੂਸ਼ਨ ਠਾਨੀ। ਇੰਨੇ ਬੋਲ ਸੁਣ ਕਰਕੇ ਪਿਤਾ ਜੀ ਮਹਿਤਾ ਕਾਲੂ ਜੀ ਫਿਰ ਚੁੱਪ ਕਰ ਗਏ। ਹਿਤ ਕਰ ਤ੍ਰਿਪਤਾ ਬੋਲੀ ਬਾਣੀ, ਫਿਰ ਪ੍ਰੇਮ ਸਹਿਤ ਮਾਤਾ ਜੀ ਬਚਨ ਕਰਦੇ ਹਨ। ਸੁਨ ਸੁਤ ਹਿਰਦੇ ਮੋਹ ਤਵ ਨਾਈ। ਹੇ ਪੁੱਤਰ ਸੁਣ ਸੁਤ, ਹੇ ਪੁੱਤਰ ਤੂੰ ਮੇਰੀ ਬਾਤ ਸੁਣ, ਤੇਰੇ ਹਿਰਦੇ ਅੰਦਰ ਰਤਾ ਮਾਤਰ ਵੀ ਮੋਹ ਨਹੀਂ ਹੈ। ਮਿਲੋ ਕੁਟੰਬ ਚਲੋ ਕਰ ਮਾਈ। ਆਓ ਘਰ ਨੂੰ ਚੱਲੀਏ, ਹੋਰ ਵੀ ਜੀਵ ਹਨ, ਆਓ ਆਪਾਂ ਉਹਨਾਂ ਨੂੰ ਜਾ ਕੇ ਮਿਲੀਏ। ਬੇਦੀ ਅਪਰ ਸਨੇਹੀ ਸਭਈ, ਆਪਣੇ ਹੋਰ ਸ਼ਰੀਕੇ ਬਰਾਦਰੀ ਵਾਲੇ ਬੇਦੀ ਕੁੱਲ ਵਾਲੇ ਉਹ ਆਪਾਂ ਨੂੰ ਘਰ ਉਡੀਕ ਰਹੇ। ਪੁੱਤਰ ਇੱਥੇ ਨਾ ਬਈਏ,
ਆਪਾਂ ਆਪਣੇ ਘਰ ਨੂੰ ਚੱਲੀਏ। ਕਰਤ ਉਡੀਕ ਆਏ ਹੈ ਕਬਈ। ਉਹ ਕਿੱਥੇ ਛੇਤੀ ਹੀ ਜੇ ਆਪਾਂ ਨਾ ਘਰ ਗਏ, ਆਪਾਂ ਨੂੰ ਉਡੀਕਦੇ ਕਿਤੇ ਉਹ ਵੀ ਇੱਥੇ ਨਾ ਆ ਜਾਣ। ਤਵ ਪਾਛੇ ਕਰ ਰੁਚਿਰ ਬਨਾਵਾ। ਪੁੱਤਰ ਵੇਖ, ਤੁਹਾਡੇ ਜਾਣ ਦੇ ਪਿੱਛੋਂ ਅਸਾਂ ਨੇ ਕਿੰਨਾ ਸੋਹਣਾ ਮਕਾਨ ਬਣਾਇਆ ਹੈ। ਤੁਹਾਡੇ ਵਾਸਤੇ ਹੀ ਪੁੱਤਰ, ਤੇਰੇ ਵਾਸਤੇ ਹੀ ਤਾਂ ਬਣਾਇਆ ਹੈ। ਪੁਰਾਣੇ ਜਿਹੜੇ ਮਕਾਨ ਸਨ ਉਹਨਾਂ ਦੀ ਥਾਂ ਹੁਣ ਸੋਹਣੇ ਮਕਾਨ ਉਸਾਰੇ ਹਨ। ਤਾਂ ਪਰ ਹਮ ਬਹੁ ਦਰਬ ਲਗਾਵਾ। ਤਥਾ ਉਹਨਾਂ ਘਰਾਂ ਦੇ ਉੱਪਰ, ਉਸ ਮਕਾਨ ਦੇ ਉੱਪਰ ਬੜੇ ਪੈਸੇ ਆਦ ਖਰਚ ਕਰਕੇ ਸੁੰਦਰ ਮਕਾਨ ਉਸਾਰਿਆ ਹੈ। ਚਲੋ ਤਾਤ ਅਬ ਤਾਂ ਕੋ ਦੇਖੋ। ਚਲੋ ਪੁੱਤਰ, ਹੁਣ ਜਾ ਕੇ ਉਹਨੂੰ ਤੁਸੀਂ ਵੇਖਣਾ ਕਰੋ। ਜੈ ਮੈਂ ਬੈਠਤ ਹਰਥ ਵਿਸ਼ੇਖੋ। ਤਥਾ ਉਹਨਾਂ ਵਿੱਚ ਬੈਠ ਕਰਕੇ ਤੁਸੀਂ ਖੁਸ਼ੀਆਂ ਮਾਣੋ। ਸੋ ਬਨਵਾਏ ਤੁਮਰੇ ਹਿਤਾ। ਅਸਾਂ ਨੇ ਉਹ ਤੇਰੇ ਵਾਸਤੇ ਹੀ, ਆਪ ਜੀਆਂ ਵਾਸਤੇ ਹੀ ਅਸਾਂ ਉਹ ਬਣਾਏ ਹਨ। ਸੁਨ ਬੋਲੇ ਪ੍ਰਭ ਕਿਰਪਾ ਨਿਕੇਤਾ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ਼ਬਦ ਦਾ ਜਿਹੜਾ ਚੌਥਾ ਪਦਾ ਸੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਉਚਾਰਨ ਕਰਦੇ ਹਨ। ਪ੍ਰਥਮ ਸਾਧ ਸੰਗਤ ਜੀ ਉਹ ਖਾਣ ਦੇ ਸੰਬੰਧ ਵਿੱਚ, ਪਹਿਨਣ ਦੇ ਸੰਬੰਧ ਵਿੱਚ, ਸਵਾਰੀ ਕਰਨ ਦੇ ਸੰਬੰਧ ਵਿੱਚ। ਹੁਣ ਚੌਥਾ ਪਦਾ ਮਹਾਰਾਜ ਜੀ ਘਰ ਦੇ ਸੰਬੰਧ ਵਿੱਚ ਪਾਵਨ ਪਵਿੱਤਰ ਸ਼ਬਦ ਮਹਾਰਾਜ ਜੀ ਉਚਾਰਦੇ ਹਨ। ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ। ਜਿੰਨੀ ਕੁ ਜੀਵ ਨੂੰ ਖੁਸ਼ੀ ਆਪਣੇ ਮਕਾਨਾਂ ਵਿੱਚੋਂ ਹੋਵੇ, ਜਿੰਨਾ ਕੁ ਮਾਣ ਉਹ ਆਪਣੇ ਮਕਾਨਾਂ ਦੇ ਵਿੱਚੋਂ ਉਹ ਮਾਣੇ। ਹੇ ਪਰਿਪੂਰਨ ਪਰਮਾਤਮਾ, ਉਹ ਆਨੰਦ ਤਾਂ ਮੈਨੂੰ ਤੇਰੇ ਨਾਮ ਦੇ ਵਿੱਚੋਂ ਹੈ। ਘਰ ਮੰਦਰ ਖੁਸ਼ੀ ਨਾਮ ਕੀ। ਹੇ ਪਰਿਪੂਰਨ ਪਰਮਾਤਮਾ, ਖੁਸ਼ੀ ਨਾਮ ਕੀ ਹੈ। ਨਦਰ ਤੇਰੀ ਪਰਵਾਰ ਤਥਾ ਤੇਰੀ ਨਦਰੇ ਅਨਾਇਤ, ਇਹੋ ਮੇਰੇ ਵਾਸਤੇ ਪਰਵਾਰ ਹੈ। ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ, ਇਹੋ ਹੀ ਮੇਰੇ ਵਾਸਤੇ ਆਪ ਜੀਓ ਕੀ ਨਦਰੇ ਅਨਾਇਤ, ਇਹੋ ਹੀ ਮੇਰੇ ਵਾਸਤੇ ਪਰਵਾਰ ਹੈ। ਹੁਕਮ ਸੋਈ ਤੁਧ ਪਾਵਸੀ ਹੋਰ ਆਖਣ ਬਹੁਤੇ ਅਪਾਰ। ਮਾਲਕਾ, ਜੋ ਆਪ ਜੀਆਂ ਨੂੰ ਭਾਵੇ, ਹੁਕਮ ਸੋਈ ਤੁਧ ਭਾਵਸੀ, ਜੋ ਆਪ ਜੀਆਂ ਨੂੰ ਭਾਵੇ ਉਹ ਹੀ ਬਾਤ ਅੱਛੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੈ ਮੇਰੇ ਮਾਲਕ ਜੀ, ਹੁਕਮ ਸੋਈ ਤੁਧ ਭਾਵਸੀ, ਹੋਰ ਤਾਂ ਜੀਵ ਬਹੁਤ ਝੱਖ ਮਾਰਦਾ ਹੈ। ਨਾਨਕ ਸੱਚਾ ਪਾਤਸ਼ਾਹ ਪੂਛ ਨ ਕਰੇ ਵਿਚਾਰ। ਹੇ ਪਰਿਪੂਰਨ ਪਰਮਾਤਮਾ, ਉਹ ਸਾਹਿਬ ਕਦੇ ਵੀ ਕਿਸੇ ਕੋਲੋਂ ਪੁੱਛ ਕੇ ਸਲਾਹ ਨਹੀਂ ਕਰਦਾ, ਪੂਛ ਨਾ ਕਰੇ ਵਿਚਾਰ। ਜੀਵ ਕੋਈ ਵੀ ਘਰ ਦੇ ਵਿੱਚ ਕੰਮ ਕੋਈ ਜੀਵ ਵਿੱਢ ਲਵੇ, ਕੋਈ ਵਿਆਹ ਢੰਗ ਜਾਂ ਕੋਈ ਛੋਟਾ ਮੋਟਾ ਘਰ ਦੇ ਅੰਦਰ ਕੋਈ ਜੀਵ ਪ੍ਰੋਗਰਾਮ ਕਰੇ ਤੇ ਕੋਲੋਂ ਕਹਿੰਦੇ ਨੇ ਭਾਈ ਸਲਾਹ ਲੈ ਲਵੋ ਆਂਢੀਆਂ ਗਵਾਂਢੀਆਂ ਦੀ, ਸ਼ਰੀਕੇ ਬਰਾਦਰੀ ਵਾਲਿਆਂ ਦੀ, ਭਾਈ ਕਿੱਦਾਂ ਕੰਮ ਕਰਨਾ ਹੈ। ਜੇ ਨਹੀਂ ਕੋਈ ਸਮਝ ਆਉਂਦੀ ਭਾਈ ਫਲਾਣਿਆਂ ਨੂੰ ਪੁੱਛ ਲਓ। ਤੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। ਉਹ ਪਰਿਪੂਰਨ ਪਰਮਾਤਮਾ ਪੂਛ ਨਾ ਕਰੈ ਵਿਚਾਰ, ਉਹ ਕਦੇ ਕਿਸੇ ਕੋਲੋਂ ਸਲਾਹ ਨਹੀਂ ਲੈਂਦਾ। ਸਲਾਹ ਇਸ ਕਰਕੇ ਨਹੀਂ ਲੈਂਦਾ ਕਿਉਂਕਿ ਉਹ ਪੂਰਾ ਹੈ, ਪੂਰੇ ਦਾ ਕੀਤਾ ਹੋਇਆ ਕੰਮ ਵੀ ਪੂਰਾ ਹੈ। ਜਾਪਦਾ ਹੈ ਵੀ ਆਪਾਂ ਨੂੰ ਵੀ ਇਹ ਕੰਮ ਸਹੀ ਨਹੀਂ ਹੈ, ਕੋਈ ਐਸੀ ਜੀਵਨ ਵਿੱਚ ਕੋਈ ਖੇਡ ਵਾਪਰ ਜਾਏ, ਜਾਪਦਾ ਹੈ ਵੀ ਸਾਹਿਬ ਇਹ ਕੰਮ ਏਦਾਂ ਨਹੀਂ, ਏਦਾਂ ਚਾਹੀਦਾ ਸੀ, ਪਰ ਉਹ ਸਾਹਿਬ ਨੂੰ ਪਤਾ ਹੈ ਕਿਹੜਾ ਕੰਮ ਕਿਵੇਂ ਕਰਨਾ ਹੈ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਉਹ ਪੁੱਛ ਕਰਕੇ ਨਹੀਂ ਵੀ ਜੀਵ ਵੀ ਤੈਨੂੰ ਕਿਵੇਂ ਗੱਲ ਭਾਉਂਦੀ ਹੈ, ਨਹੀਂ, ਜਿਵੇਂ ਉਸ ਸਾਹਿਬ ਨੂੰ ਭਾਉਂਦਾ ਹੈ ਉਦਾਂ ਹੀ ਉਹ ਵਾਪਰਦਾ ਹੈ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਉਹ ਪੁੱਛ ਕਰਕੇ ਨਹੀਂ, ਜਿਵੇਂ ਵੀ ਉਹਨੂੰ ਭਾਉਂਦਾ ਹੈ ਭਾਈ ਉਸੇ ਪ੍ਰਕਾਰ ਹੁੰਦਾ ਹੈ। ਬਾਬਾ ਹੋਰ ਸੋਣਾ ਖੁਸ਼ੀ ਖੁਆਰੇ, ਭਾਈ ਹੋਰ ਸੋਣਾ ਜੀਵ ਦੀਆਂ ਖੁਸ਼ੀਆਂ ਨੂੰ ਖੁਆਰ ਹੀ ਕਰਦਾ ਹੈ। ਜਿਤ ਸੁੱਤੇ ਤਨ ਪੀੜੀਐ
ਮਨ ਮੈਂ ਚਲੇ ਵਿਕਾਰ। ਔਰ ਸਾਹਿਬ ਨੂੰ ਵਿਸਾਰ ਕਰਕੇ ਗਫਲਤ ਦੀ ਨੀਂਦ ਵਿੱਚ ਸੌਣਾ। ਤਨ ਪੀੜੀਐ ਮਨ ਮੈਂ ਚੱਲੈ ਵਿਕਾਰ, ਤਥਾ ਮਨ ਦੇ ਅੰਦਰ ਵਿਕਾਰ ਹੀ ਪੈਦਾ ਹੁੰਦੇ ਹਨ। ਰਹਾਉ ਦੋਹਰਾ ਸੁਨ ਜਨਨੀ ਮਮ ਬਚਨ ਕੋ, ਅਬ ਲੋ ਹਿਰਦਾ ਉਦਾਸ। ਜਦੋਂ ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਇਹ ਸਾਰਾ ਸ਼ਬਦ ਉਚਾਰਨ ਕਰ ਦਿੱਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮਾਤਾ ਜੀ ਨੂੰ ਲੱਗੇ ਕਹਿਣ, ਮਾਤਾ ਜੀ ਮੇਰੀ ਗੱਲ ਸੁਣੋ, ਮੇਰਾ ਹਿਰਦਾ ਉਦਾਸ ਹੈ। ਅਬ ਲੋ ਹਿਰਦਾ ਉਦਾਸ, ਮੇਰਾ ਹਿਰਦਾ ਅਜੇ ਤੱਕ ਉਦਾਸ ਹੈ। ਦੇਸ਼ ਵਿਦੇਸ਼ ਬਿਲੋਕ ਕੈ, ਬੋਰੋਂ ਆਏ ਆਵਾਸ। ਕਹਿੰਦੇ ਹੋਰ ਵੀ ਦੂਰ ਦਰਾਡੇ ਤੱਕ ਲੁਕਾਈ ਦਾ ਰਟਨ ਕਰਕੇ, ਦੂਰ ਦਰਾਡੇ ਤੱਕ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਕੇ ਫਿਰ ਮੈਂ ਆਪਣੇ ਘਰ ਵਿੱਚ, ਅਸੀਂ ਆਪਣੇ ਘਰ ਵਿੱਚ ਆਵਾਂਗੇ। ਚੌਪਈ ਹੇ ਸੁਤ ਤੈਂ ਅਸ ਬੈਨੀ ਉਚਾਰੇ। ਪੁੱਤਰ ਤੂੰ ਅਜਿਹੇ ਬਚਨ ਉਚਾਰਨ ਕੀਤੇ ਹਨ। ਹਿਰਦੇ ਸ਼ਾਂਤ ਕਿਉਂ ਆਵ ਹਮਾਰੇ। ਸਾਡੇ ਹਿਰਦੇ ਵਿੱਚ ਦੱਸ ਕਿਵੇਂ ਸ਼ਾਂਤੀ ਆਵੇ। ਪੁੱਤਰ ਤੁਸੀਂ ਤਾਂ ਬਹੁਤ ਸਹਿਜ ਸੁਭਾਅ ਕੀ ਇਹ ਸ਼ਬਦ ਕਹਿ ਦਿੱਤੇ ਵੀ ਅਸੀਂ ਫੇਰ ਆਵਾਂਗੇ। ਇਹ ਸ਼ਬਦ ਮਾਤਾ ਜੀ ਕਹਿ ਰਹੇ ਹਨ। ਮਾਤਾ ਜੀ ਫੇਰ ਲੱਗੇ ਕਹਿਣ, ਕਹਿੰਦੇ ਸਾਡੇ ਹਿਰਦੇ ਅੰਦਰ ਕਿਵੇਂ ਸ਼ਾਂਤੀ ਆਵੇ। ਤੁਸੀਂ ਤਾਂ ਆਪਣੀ ਰਸਨਾ ਤੋਂ ਸਹਿਜ ਸੁਭਾਅ ਕਹਿ ਦਿੱਤਾ ਵੀ ਅਸੀਂ ਫੇਰ ਆਵਾਂਗੇ। ਸਾਡੇ ਹਿਰਦੇ ਅੰਦਰ ਕਿਸ ਪ੍ਰਕਾਰ ਸ਼ਾਂਤੀ ਆਵੇ। ਦੁਆਦਸ਼ ਬਰਖ ਬਤੀਤੇ ਆਏ। ਪੁੱਤਰ ਤੈਨੂੰ ਚੇਤਾ ਹੋਵੇ, ਤੁਹਾਨੂੰ ਚੇਤਾ ਹੋਵੇ, ਅੱਜ 12 ਸਾਲਾਂ ਬਾਅਦ ਮਿਲੇ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ 12 ਸਾਲ ਹੋ ਗਏ ਤੁਹਾਨੂੰ ਘਰੋਂ ਗਿਆ ਹੋਇਆਂ ਨੂੰ। ਇੰਨੇ ਵਰਿਆਂ ਬਾਅਦ ਤੁਸੀਂ ਅੱਜ ਆਪਣੀ ਨਗਰੀ ਆਏ ਹੋ ਤੇ ਅਜੇ ਵੀ ਕਹਿ ਰਹੇ ਹੋ ਵੀ ਠਹਿਰ ਕੇ ਘਰ ਆਵਾਂਗੇ। 12 ਸਾਲਾਂ ਬਾਅਦ ਤੁਸੀਂ ਅੱਜ ਘਰ ਪਰਤੇ ਹੋ। ਪ੍ਰਭ ਛੇ ਸਦਨ ਨ ਪਗ ਇੱਕ ਪਾਏ। ਔਰ ਘਰ ਵੀ ਨਹੀਂ ਆਏ, ਘਰ ਦੇ ਅੰਦਰ ਪੈਰ ਤੱਕ ਨਹੀਂ ਰੱਖਿਆ। ਵਹਿਰ ਤੇ ਵੈਰ ਕਰੋ ਤੁਮ ਪਿਆਨਾ। ਤੁਸੀਂ ਤਾਂ ਬਾਰੋ ਬਾਰ ਹੀ ਤੁਸੀਂ ਪਿਆਨਾ ਕਰ ਰਹੇ ਹੋ। ਅਮਰੋ ਕਹਿਓ ਨਾ ਇੱਕ ਮਨ ਮਾਨਾ। ਤੁਸੀਂ ਪੁੱਤਰ ਸਾਡੀ ਕਹੀ ਹੋਈ ਗੱਲ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਨਹੀਂ ਮੰਨਦੇ। ਕਹਿ ਦੁੱਖ ਤੇ ਮਨ ਕੀਨੇ ਉਦਾਸ। ਪੁੱਤਰ ਤੁਸੀਂ ਮੈਨੂੰ ਕਿਉਂ ਤੁਸੀਂ ਇੰਨਾ ਤੁਸੀਂ ਦੁੱਖ ਦੇ ਕਰਕੇ ਉਦਾਸ ਕਿਉਂ ਕਰਦੇ ਹੋ। ਜਿਉ ਤੁਮ ਕਹੋ ਕਰੇ ਤਿਵੇਂ ਆਸੋ। ਜਿਵੇਂ ਪੁੱਤਰ ਤੁਸੀਂ ਕਹੋ ਅਸੀਂ ਉਦਾਂ ਹੀ ਤੇਰੀ ਗੱਲ ਨੂੰ ਮੰਨ ਲੈਨੇ ਹਾਂ। ਜਿਵੇਂ ਤੁਸੀਂ ਕਹੋ ਅਸੀਂ ਉਦਾਂ ਹੀ ਮੰਨ ਲੈਨੇ ਹਾਂ। ਨਿਜ ਇਸਤਰੀ ਕੋ ਜੇ ਦੁੱਖ ਮਾਨੋ। ਪੁੱਤਰ ਜੇ ਘਰ ਗ੍ਰਸਤੀ ਠੀਕ ਨਹੀਂ ਚੱਲਦੀ, ਜੇ ਤੁਹਾਨੂੰ ਕੋਈ ਜਾਪਦਾ ਹੈ ਵੀ ਤੁਹਾਨੂੰ ਕੋਈ ਇਸਤਰੀ ਦੇ ਅੰਦਰ ਤੁਹਾਡੇ ਸੰਗੀ ਜੋ ਹਨ, ਜੇ ਤੁਹਾਨੂੰ ਕੋਈ ਵੱਡਾ ਦੁੱਖ ਜਾਪਦਾ ਹੈ ਔਰ ਵਿਆਹ ਕਰਦੇ ਬਖਾਨੋ। ਅਸੀਂ ਤੁਹਾਡਾ ਕਿਸੇ ਹੋਰ ਥਾਂ ਤੇ ਕੋਈ ਵਿਆਹ ਕਾਜ ਰਚਾ ਦਿੰਨੇ ਹਾਂ। ਜੇ ਤੁਹਾਨੂੰ ਕੋਈ ਆਪਣੀ ਇਸਤਰੀ ਤੋਂ ਤੁਹਾਨੂੰ ਕੋਈ ਦੁੱਖ ਜਾਪਦਾ ਹੈ, ਪੀੜਾ ਜਾਪਦੀ ਹੈ, ਤੁਹਾਡਾ ਕਿਸੇ ਹੋਰ ਥਾਂ ਤੇ ਕੋਈ ਕਾਜ ਰਚਾ ਦਿੰਨੇ ਹਾਂ। ਸਭ ਕਿਛ ਕਰ ਮੈਂ ਦੀਨ ਵਿਦਾਤਾ। ਉਸ ਸਾਹਿਬ ਨੇ ਸਾਰਾ ਕੁਛ ਹੀ ਪਰਿਪੂਰਨ ਪਰਮਾਤਮਾ ਵਿਧਾਤੇ ਨੇ ਦਿੱਤਾ ਹੋਇਆ ਹੈ। ਜਿਉ ਤੁਮ ਚਾਹੋ ਕਰੇ ਤਿਉ ਤਾਤਾ। ਪੁੱਤਰ ਜਿਵੇਂ ਬਸ ਤੁਸੀਂ ਆਪਣੀ ਇੱਕ ਵਾਰੀ ਆਪਣੇ ਬਤੀਸੇ ਵਿੱਚੋਂ ਆਪਣੀ ਰਸਨਾ ਤੋਂ ਸ਼ਬਦ ਤਾਂ ਕਹੋ, ਜਿਵੇਂ ਤੁਸੀਂ ਕਹੋਗੇ ਅਸੀਂ ਉਦਾਂ ਹੀ ਕਰ ਦਿੰਨੇ ਹਾਂ। ਸ਼੍ਰੀ ਨਾਨਕ ਸੁਨ ਬੈਨੀ ਉਚਾਰੇ। ਇਹਨੇ ਸ਼ਬਦ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਰਸਨਾ ਤੋਂ ਬੋਲਦੇ ਹਨ। ਜੋ ਸੰਜੋਗ ਲਿਖਾ ਕਰ ਤਾਰੇ। ਇਹ ਮਾਤਾ ਤੁਸੀਂ ਇਹ ਸ਼ਬਦ ਕਹਿ ਰਹੇ ਹੋ ਵੀ ਹੋਰ ਥਾਂ ਤੇ ਕਾਜ ਰਚਾ ਦਿੰਨੇ ਹਾਂ, ਹੋਰ ਥਾਂ ਤੇ ਵਿਆਹ ਕਰ ਦਿੰਨੇ ਹਾਂ। ਜੋ ਸਾਹਿਬ ਨੇ ਜਿਸ ਥਾਂ ਤੇ ਸੰਜੋਗ ਕਰਤਾਰ ਨੇ ਲਿਖੇ ਹੋਏ ਹਨ, ਸੋਈ ਭਲਾ ਨਾ ਚਾਹੋ ਓਰੀ। ਮਾਤਾ ਮੈਂ ਤਾਂ ਉਸੇ ਵਿੱਚ ਹੀ ਭਲਾ ਚਾਹੁੰਦਾ ਹਾਂ, ਮੈਂ ਹੋਰ ਥਾਂ ਤੇ ਕੋਈ ਝਾਕ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਂ ਬਸ ਉਸੇ ਥਾਂ ਤੇ ਹੀ ਜਿਸ ਥਾਂ ਤੇ ਕਰਤਾਰ ਨੇ ਮੇਰੇ ਸੰਜੋਗ ਲਿਖੇ ਹੋਏ ਹਨ। ਮਾਤਾ ਜੀ ਮੈਨੂੰ ਵਾਸਤੇ ਉਹ ਹੀ ਵੱਡੀਆਂ ਖੁਸ਼ੀਆਂ ਹਨ। ਜੈ ਰਾਖੇ ਰਹਿ ਹੋ ਤੈ ਠੋਰੀ। ਮੈਂ ਉਸੇ ਥਾਂ ਤੇ ਹੀ ਰਹਾਂਗਾ, ਮੈਂ ਉਸੇ ਥਾਂ ਤੇ ਹੀ ਆਪਣੇ ਧਰਮ ਦੇ ਅੰਦਰ ਮੈਂ ਪਰਪੱਕਤਾ ਹਾਂ।
ਰਹਿਨ ਜਾਨ ਅਮਰੇ ਕਰ ਨਾਈ। ਔਰ ਇਸ ਥਾਂ ਤੇ ਰਹਿਣ ਤਥਾ ਜਾਨ ਸਾਡੇ ਹੱਥ ਵਿੱਚ ਨਹੀਂ ਹੈ। ਸ਼੍ਰੀ ਕਰਤਾਰ ਅਧੀਨੰ ਮਾਈ। ਮਾਤਾ ਜੀ ਇਹ ਸਾਰਾ ਕੁਝ ਤਾਂ ਉਸ ਪਰਿਪੂਰਨ ਪਰਮਾਤਮਾ ਕਰਤਾਰ ਦੇ ਹੱਥ ਵਿੱਚ ਹੈ। ਜੈ ਚਾਹਤ ਸੋ ਤਹਾਂ ਪਠਾਵੈ। ਜਿਹੜੇ ਪਾਸੇ ਉਹ ਪ੍ਰੇਰਦਾ ਹੈ ਪਰਿਪੂਰਨ ਪਰਮਾਤਮਾ, ਮਾਤਾ ਜੀ ਅਸੀਂ ਤਾਂ ਉਸੇ ਪਾਸੇ ਤੁਰੇ ਫਿਰਦੇ ਹਾਂ। ਜਿਸ ਬਿਨ ਏਕੋ ਬੋਲ ਨ ਆਵੇ। ਜਿਹਦੇ ਤੋਂ ਬਿਨਾ ਭਾਵ ਕੋਈ ਜੀਵ ਹੋਰ ਆਪਣੀ ਰਸਨਾ ਤੋਂ ਬੋਲ ਨਹੀਂ ਸਕਦਾ। ਹਿਤ ਕਰ ਕਾਲੂ ਕੈ ਸੁਨ ਤਾਤਾ। ਫਿਰ ਪਿਤਾ ਮਹਿਤਾ ਕਾਲੂ ਜੀ ਆਪਣੀ ਰਸਨਾ ਤੋਂ ਬੋਲੇ, ਛੱਡ ਅਵਾਈਆਂ ਕਰੇ ਜੋ ਬਾਤਾਂ। ਕਹਿੰਦੇ ਤੁਸੀਂ ਆ ਅਵਾਈਆਂ ਗੱਲਾਂ ਛੱਡ ਕੇ ਜੋ ਵੀ ਤੁਸੀਂ ਪੁੱਤਰ ਜੀ ਕਹਿ ਰਹੇ ਹੋ, ਵੇਖ ਫਕੀਰੀ ਤਨ ਤੇ ਤਿਆਗੋ। ਤੁਸੀਂ ਆ ਆਪਣੇ ਤਨ ਤੋਂ ਆ ਜਿਹੜੇ ਪਹਿਲਾਂ ਬਸਤਰ ਪਹਿਨੇ ਹੋਏ ਹਨ ਮੈਨੂੰ ਅੱਛੇ ਨਹੀਂ ਲੱਗਦੇ, ਤੁਸੀਂ ਪਹਿਲਾਂ ਤਾਂ ਆਪਣੇ ਤਨ ਤੋਂ ਆ ਸਾਰੇ ਬਸਤਰ ਉਤਾਰ ਦੇਵੋ। ਇਹ ਬਸਤਰ ਜੋ ਤੁਸਾਂ ਨੇ ਧਾਰਨ ਕੀਤੇ ਹੋਏ ਹਨ ਮੈਨੂੰ ਇਹ ਬਸਤਰ ਅੱਛੇ ਨਹੀਂ ਜਾਪਦੇ। ਸਦਨ ਕ੍ਰਿਤ ਮੈਂ ਮਨ ਅਨੁਰਾਗੋ। ਔਰ ਘਰ ਦੇ ਕੰਮਾਂ ਕਾਰਾਂ ਵਿੱਚ ਆਪਣੇ ਅੰਦਰ ਨੂੰ ਪ੍ਰਵਿਰਤ ਕਰੋ। ਜਬ ਕੇ ਵਿਛਰੇ ਮਿਲੇਗੇ ਅਬੇ। ਹੁਣ ਵੇਖੋ ਕਿੰਨੇ ਵਰਿਆਂ ਬਾਅਦ ਅੱਜ ਆਪਾਂ ਮਿਲੇ ਹਾਂ, ਅੱਜ ਕਿੰਨੇ ਸਾਲਾਂ ਬਾਅਦ ਅੱਜ ਆਪਾਂ ਮਿਲੇ ਹਾਂ। ਮੈਨੂੰ ਤਾਂ ਪੁੱਤਰ ਚਿੱਤ ਚੇਤਾ ਵੀ ਨਹੀਂ ਸੀ ਕਿ ਤੁਸੀਂ ਸਾਡੇ ਜਿਉਂਦਿਆਂ ਜੀ ਵਾਪਸ ਪਰਤ ਵੀ ਆਓਗੇ। ਅੱਜ ਕਿੰਨੇ ਸਾਲਾਂ ਬਾਅਦ ਆਪਾਂ ਮਿਲੇ ਹਾਂ। ਅਬ ਵਿਛਰੋਗੇ ਮਿਲਣਾ ਕਬੇ। ਤੇ ਜੇ ਹੁਣ ਵਿਛੜ ਗਏ, ਹੁਣ ਦੇ ਵਿਛੜੇ ਪੁੱਤਰ ਜੀ ਫਿਰ ਆਪਾਂ ਕਦੋਂ ਮਿਲਾਂਗੇ। ਇਹ ਸ਼ਬਦ ਮਹਿਤਾ ਕਾਲੂ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿ ਰਹੇ ਹਨ। ਮੇਲਾ ਹੋਏ ਕਿ ਬਹਰੋ ਨਾਈ। ਬਾਅਦ ਦਾ ਕੀ ਪਤਾ ਫਿਰ ਕਿਸ ਥਾਂ ਤੇ ਆਪਣਾ ਮੇਲਾ ਹੋਵੇਗਾ ਜਾਂ ਨਹੀਂ ਹੋਵੇਗਾ। ਅੱਜ ਤੁਸੀਂ 12 ਵਰਿਆਂ ਬਾਅਦ ਪਰਤੇ ਹੋ, ਦੁਬਾਰਾ ਫਿਰ ਪਤਾ ਨਹੀਂ ਕਿੰਨੇ ਕੁ ਵਰਿਆਂ ਬਾਅਦ ਪਰਤੋਗੇ। ਕੀ ਪਤਾ ਉਦੋਂ ਤੱਕ ਕਰਤਾਰ ਨੇ ਸਵਾਸ ਹੀ ਤਾਂ ਨਹੀਂ ਖਿੱਚ ਲੈਣੇ। ਕੀ ਪਤਾ ਦੁਬਾਰਾ ਇਹ ਮੇਲਾ ਹੋਣਾ ਹੈ ਕਿ ਨਹੀਂ। ਬ੍ਰਿਧ ਪਏ ਬਲ ਨੈ ਤਨ ਮਾਈ। ਹੁਣ ਤਾਂ ਪੁੱਤਰ ਜੀ ਤਨ ਦੇ ਅੰਦਰ ਕੋਈ ਤਾਕਤ ਵੀ ਨਹੀਂ ਰਹੀ, ਤਨ ਵੀ ਹੁਣ ਬਿਰਧ ਖੀਨ ਹੋ ਗਿਆ ਹੈ। ਬੈਸ ਬਤੀਤ ਗਈ ਮਮ ਸਾਰੀ। ਮੇਰੀ ਸਾਰੀ ਆਰਬਲਾ ਜਾਪਦਾ ਹੈ ਪੁੱਤਰ ਜੀ ਬਤੀਤ ਹੋ ਗਈ ਹੈ। ਜਰਾ ਗ੍ਰਾਸ ਲਿਏ ਦੇਹ ਹਮਾਰੀ। ਹੁਣ ਤਾਂ ਬੁਢੇਪੇ ਨੇ ਇਸ ਦੇਹੀ ਨੂੰ ਗ੍ਰਸ ਲਿਆ ਹੈ। ਜਰ ਆਈ ਜੋਬਨ ਹਾਰਿਆ। ਹੁਣ ਤਾਂ ਇਸ ਬੁਢੇਪੇ ਨੇ ਆਪਣਾ ਪ੍ਰਭਾਵ ਸਰੀਰ ਉੱਪਰ ਪਾ ਲਿਆ ਹੈ। ਅੰਤ ਸਮਾਂ ਅਬ ਪਇਓ ਸਮੀਪਾ। ਹੁਣ ਤਾਂ ਜਾਪਦਾ ਹੈ ਵੀ ਅੰਤਲਾ ਸਮਾਂ ਸਮੀਪ ਹੀ ਹੈ, ਨੇੜੇ ਹੀ ਹੈ। ਹੁਣ ਤਾਂ ਬਸ 4 ਕੁ ਦਿਨਾਂ ਦੀ ਜ਼ਿੰਦਗੀ ਬਾਕੀ ਹੈ। ਸੁਨ ਬੋਲੇ ਬੇਦੀ ਕੁਲ ਦੀਪਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਿਤਾ ਜੀਆਂ ਦੀ ਰਸਨਾ ਤੋਂ ਜਦੋਂ ਸ਼ਬਦ ਸੁਣੇ ਬਈ ਥੋੜਾ ਸਮਾਂ ਹੀ ਬਾਕੀ ਰਹਿ ਗਿਆ, ਜਾਪਦਾ ਹੈ ਹੁਣ ਦੇ ਵਿਛੜੇ ਫੇਰ ਪਤਾ ਨਹੀਂ ਕਦੋਂ ਮਿਲਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸ਼ਬਦ ਉਚਾਰਦੇ ਹਨ। ਮਾਰੂ ਮਹੱਲਾ ਪਹਿਲਾ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ। ਸਤਿਗੁਰੂ ਜੀਆਂ ਨੇ ਸ਼ਬਦ ਉਚਾਰਨ ਕੀਤਾ ਰਾਗ ਮਾਰੂ ਦਾ ਇਹ ਪਾਵਨ ਪਵਿੱਤਰ ਸ਼ਬਦ। ਪਿੱਛੋਂ ਰਾਤੀ ਸੱਦੜਾ। ਸਾਹਿਬ ਦੇ ਘਰ ਦੇ ਅੰਦਰ ਸਾਧ ਸੰਗਤ ਜੀਓ ਜੋ ਅੰਮ੍ਰਿਤ ਵੇਲੇ ਜਗਿਆਸੂ ਜਨ ਉੱਠ ਕੇ ਆਏ, ਉਹਨਾਂ ਨੂੰ ਰਾਤ ਦੇ ਵੇਲੇ ਮਾਲਕ ਜੀਆਂ ਨੇ ਸੱਦਾ ਦਿੱਤਾ। ਸੱਦਾ ਦਿੱਤਾ ਵੀ ਆਓ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਘਰ ਵਿੱਚ ਆਓ। ਜਦੋਂ ਇਹਦੀ ਗੁਰਮੁਖ ਪਿਆਰੇ ਹੋਰ ਵਿਆਖਿਆ ਕਰਦੇ ਹਨ ਵੀ ਕਿਸੇ ਦੇ ਘਰ ਦੇ ਅੰਦਰ ਵਿਆਹ ਧਰਿਆ, ਗਾਉਣ ਬਿਠਾਇਆ, ਜਿਵੇਂ ਪਿੰਡਾਂ ਦੇ ਅੰਦਰ ਗਾਉਣ ਬਿਠਾਉਂਦੇ ਹਨ ਵਿਆਹ ਤੋਂ ਪਹਿਲਾਂ। ਘਰਾਂ ਦੇ ਅੰਦਰ ਜਾ ਕੇ ਸੁਨੇਹੇ ਦਿੱਤੇ, ਮਾਈਆਂ ਘਰ ਆਈਆਂ। ਸਵੇਰ ਵੇਲੇ ਇੱਕ ਗਵਾਂਢਣ ਨੇ ਦੂਸਰੀ ਗਵਾਂਢਣ ਨੂੰ ਪੁੱਛਿਆ ਵੀ ਫਲਾਣਿਆਂ ਦੇ ਘਰ ਦੇ ਅੰਦਰ ਸਾਰੀਆਂ ਗਈਆਂ, ਤੂੰ ਕਿਉਂ ਨਾ ਆਈ? ਅੱਗੋਂ ਉਹਨੇ ਉੱਤਰ ਦਿੱਤਾ, ਮੈਨੂੰ ਸੱਦਾ ਨਹੀਂ ਸੀ ਮਿਲਿਆ, ਮੈਨੂੰ ਸੁਨੇਹਾ ਨਹੀਂ ਸੀ ਮਿਲਿਆ, ਮੈਂ ਇਸ ਕਰਕੇ ਨਹੀਂ ਆਈ। ਜਿਨ੍ਹਾਂ ਜਿਨ੍ਹਾਂ ਘਰਾਂ ਦੇ ਅੰਦਰ ਸੱਦੜੇ ਗਏ, ਜਿਨ੍ਹਾਂ ਜਿਨ੍ਹਾਂ ਘਰਾਂ ਦੇ ਅੰਦਰ ਸੁਨੇਹੇ ਗਏ ਉਹ ਆਏ, ਤੇ ਜਿਨ੍ਹਾਂ ਦੇ ਘਰ ਵਿੱਚ ਸੱਦਾ ਨਾ ਆਇਆ ਉਹ ਉਸ ਘਰ ਨਾ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਵਰਤਦੇ ਹਨ, ਪਿੱਛੋਂ ਰਾਤੀ ਸੱਦੜਾ।
ਸਾਹਿਬ ਦਾ ਸੱਦਾ ਉਹਨਾਂ ਦੇ ਘਰਾਂ ਵਿੱਚ ਗਿਆ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਦੇ ਘਰ ਵਿੱਚ ਆਏ। ਪਿੱਛੋਂ ਰਾਤੀ ਸੱਦੜਾ, ਕੀ ਸੱਦਾ ਆਇਆ? ਨਾਮ ਖਸਮ ਕਾ ਲੈ ਆਓ ਭਾਈ, ਉੱਠ ਕੇ ਸਾਹਿਬ ਦਾ ਨਾਮ ਜਪੋ। ਤੇ ਜਿਹੜੇ ਨਾ ਆਏ, ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਘਰ ਸੱਦਾ ਹੀ ਨਹੀਂ ਗਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਸਾਹਿਬ ਨੂੰ ਭਾਏ ਉਹਨਾਂ ਦੇ ਘਰ ਵਿੱਚ ਸੱਦੇ ਗਏ ਤੇ ਸੱਦੇ ਨੂੰ ਸੁਣਦਿਆਂ ਉਹ ਉੱਠ ਕੇ ਸਾਹਿਬ ਦੇ ਕੋਲ ਆਏ। ਤੇ ਮਹਾਰਾਜ ਕਹਿੰਦੇ ਭਾਈ ਫਿਰ ਉਹਨਾਂ ਤੇ ਕੀ ਬਖਸ਼ਿਸ਼ਾਂ ਹੋਈਆਂ? ਖੇਮੇ ਛਤਰ ਸਰਾਏ ਚੇ ਦਿਸਨ ਰਥ ਪੀੜੇ। ਹੇ ਭਾਈ ਉਹਨਾਂ ਵਾਸਤੇ ਸਾਹਿਬ ਨੇ ਖੇਮੇ ਛਤਰ ਚੰਦੋਏ, ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਦੇ ਵਾਸਤੇ ਇਹ ਸਾਰੇ ਧਨ ਪਦਾਰਥ ਤਿਆਰ ਕੀਤੇ ਹੋਏ। ਦਿਸਣ ਰਥ ਪੀੜੇ ਭਾਵ ਤਿਆਰ ਕੀਤੇ ਹੋਏ ਦਿਸੇ ਹਨ। ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ। ਹੇ ਮਾਲਕ ਜੀ ਜਿਨ੍ਹਾਂ ਨੇ ਤੇਰਾ ਨਾਮ ਸਿਮਰਿਆ ਉਹਨਾਂ ਨੂੰ ਤੁਸੀਂ ਇਹ ਦਾਤਾਂ ਸੱਦ ਕੇ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਮਾਲਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪ ਜੀਆਂ ਦਾ ਨਾਮ ਸਿਮਰਿਆ, ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ, ਉਹਨਾਂ ਨੂੰ ਸੱਦ ਕੇ ਕੋਲ ਬੁਲਾ ਕੇ ਮਾਲਕ ਜੀ ਉਹਨਾਂ ਦੀਆਂ ਝੋਲੀਆਂ ਵਿੱਚ ਇਹ ਦਾਤਾਂ ਪਾ ਦਿੰਦੇ ਹਨ। ਕਿਹੜੀਆਂ? ਖੇਮੇ ਛਤਰ ਸਰਾਈ ਚੇ ਦਿਸਣ ਰਥ ਪੀੜੇ, ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ। ਉਹਨਾਂ ਨੂੰ ਮਾਲਕ ਜੀਆਂ ਨੇ ਸੱਦ ਕੇ ਕੋਲ ਬੁਲਾ ਕੇ ਭਾਈ ਆ ਤੇਰੇ ਵਾਸਤੇ ਮਾਲਕ ਦੇ ਘਰ ਤੋਂ ਦਾਤਾਂ ਉਹਨਾਂ ਨੂੰ ਸੌਂਪ ਦਿੱਤੀਆਂ। ਬਾਬਾ ਮੈਂ ਕਰਮਹੀਣ ਕੁੜਿਆਰ। ਮਾਲਕ ਸੱਚੇ ਪਾਤਸ਼ਾਹ ਮੈਂ ਤਾਂ ਕਰਮਾਂ ਤੋਂ ਹੀਣਾ, ਕੂੜਿਆਰ ਮੇਰਾ ਅਜਿਹਾ ਜੀਵਨ ਹੈ। ਨਾਮ ਨ ਪਾਇਆ ਤੇਰਾ ਅੰਦਾ ਪਰਮ ਪੁਲਾ ਮਨ ਮੇਰਾ। ਮੇਰਾ ਮਨ ਹੀ ਅਗਿਆਨਤਾ ਵਸ ਹੋ ਕੇ ਅੰਨਾ ਹੋਇਆ ਪਿਆ ਹੈ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲੈ ਗੁਰ ਚਾਲੀ। ਨਾਮ ਨਾ ਪਾਇਆ ਤੇਰਾ ਅੰਧਾ ਪਰਮ ਭੂਲਾ ਮਨ ਮੇਰਾ। ਮੇਰਾ ਮਨੁਆ ਅਜਿਹੇ ਵਿਕਾਰਾਂ ਵਿੱਚ ਫਸਿਆ ਹੈ। ਰਹਾਉ ਸਾਧ ਕੀਤੇ ਦੁਖ ਪਰ ਫੜੇ ਪੂਰਬ ਲਿਖੇ ਮਾਏ। ਮਾਂ ਸਵਾਦਾਂ ਵਸ ਪਏ ਹੋਏ ਸਾਧ ਕੀਤੇ ਦੁਖ ਪਰ ਫੁੜੇ। ਦੁਖ ਆਏ ਪੂਰਬ ਲਿਖੇ ਮਾਏ, ਜਿਸ ਪ੍ਰਕਾਰ ਪੂਰਬ ਲਿਖੇ ਹੋਏ ਸਨ। ਸੁਖ ਥੋੜੇ ਦੁਖ ਅਗਲੇ ਦੁਖੇ ਦੁਖ ਵਿਹਾਏ। ਮਾਂ ਸੁਖ ਤਾਂ ਥੋੜੇ ਲਿਖੇ, ਸੁਖ ਥੋੜੇ ਦੁਖ ਅਗਲੇ। ਦੁਖ ਮਾਲਕ ਜੀਆਂ ਨੇ ਬਹੁਤਾਤ ਵਿੱਚ ਲਿਖ ਦਿੱਤੇ। ਦੁੱਖੇ ਦੁੱਖ ਵਿਹਾਏ ਤਥਾ ਇਹ ਜੀਵਨ ਇਸੇ ਪ੍ਰਕਾਰ ਦੁੱਖਾਂ ਵਿੱਚ ਹੀ ਚੱਲ ਰਿਹਾ ਹੈ। ਵਿਛੜਿਆਂ ਕਾ ਕਿਆ ਵਿਛੜੇ ਮਿਲਿਆਂ ਕਾ ਕਿਆ ਮੇਲ। ਜਿਹੜੇ ਇੱਕ ਵਾਰੀ ਸਾਹਿਬ ਦੇ ਘਰ ਤੋਂ ਵਿਛੜ ਗਏ, ਵਿਛੜਿਆਂ ਕਾ ਕਿਆ ਵਿਛੜੈ। ਤੇ ਜਿਹੜੇ ਮਾਲਕ ਦੇ ਘਰ ਨਾਲ ਮਿਲਿਆ ਕਾ ਕਿਆ ਮੇਲ। ਜਿਹੜੇ ਮਾਲਕ ਨਾਲ ਮਿਲੇ ਹੋਏ ਹਨ ਉਹਨਾਂ ਨੂੰ ਹੋਰ ਕੀ ਮਿਲਣਾ ਹੈ। ਸਾਹਿਬ ਸੋ ਸਾਲਾਈਐ ਜਿਨ ਕਰ ਦੇਖਿਆ ਖੇਲ। ਉਸ ਸਾਹਿਬ ਨੂੰ ਸਾਹਿਬ ਸੋ ਸਾ ਲਾਹੀਐ। ਉਸ ਸਾਹਿਬ ਨੂੰ ਸਾ ਲਾਈਏ ਜਿਸ ਨੇ ਇਹ ਸਾਰਾ ਖੇਡ ਮਾਲਕ ਜੀਆਂ ਨੇ ਬਣਾਇਆ ਹੋਇਆ ਹੈ। ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ। ਉਸ ਪਰਿਪੂਰਨ ਪਰਮਾਤਮਾ ਜੀ ਸੰਜੋਗੀ ਮੇ ਲਾਵੜਾ ਇਨ ਤਨ ਕੀਤੇ ਭੋਗ। ਉਸ ਪਰਿਪੂਰਨ ਪਰਮਾਤਮਾ ਜੀ ਦੀ ਜੇ ਨਦਰੇ ਅਨਾਇਤ ਹੋ ਜਾਏ। ਵਿਜੋਗੀ ਮਿਲ ਵਿਛੜੇ ਨਾਨਕ ਭੀ ਸੰਜੋਗ। ਉਹ ਪਰਿਪੂਰਨ ਪਰਮਾਤਮਾ ਜਿਸ ਦੇ ਘਰੋਂ ਜੀਵ ਵਿਛੜਿਆ ਹੋਇਆ ਹੈ, ਵਿਜੋਗੀ ਮਿਲ ਵਿਛੜੇ। ਇੱਕ ਦਿਨ ਉਹ ਵੀ ਮਾਲਕ ਦੇ ਘਰ ਵਿੱਚ ਅਰਦਾਸ ਬੇਨਤੀ ਕਰਨ, ਵਿਛੜੇ ਹੋਏ ਵੀ ਮਾਲਕ ਜੀਆਂ ਨੂੰ ਮਿਲ ਪੈਣਗੇ। ਵਿਜੋਗੀ ਮਿਲ ਵਿਛੜੈ ਨਾਨਕ ਭੀ ਸੰਜੋਗ। ਉਹ ਮਾਲਕ ਸੱਚੇ ਪਾਤਸ਼ਾਹ ਉਹ ਵਿਛੜਿਆਂ ਨੂੰ ਮਿਲਣ ਵਾਲਾ ਹੈ। ਉਹ ਵਿੱਚ ਦਰਗਹਿ ਕਾ ਬਸੀਠ ਹੈ, ਉਹ ਵਿੱਚ ਵਿਚੋਲਾ ਹੈ। ਜੇ ਜੀਵ ਭਾਵਨਾ ਦੇ ਨਾਲ ਮਾਲਕ ਜੀਓ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਉਸ ਸਾਹਿਬ ਦੇ ਚਰਨ ਕਮਲਾਂ ਪਾਸ ਕਰੇ।
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਦੋਂ ਪਿਤਾ ਜੀਆਂ ਨੇ ਸ਼ਬਦ ਕਹੇ ਕਿ ਤੁਸੀਂ ਆਓ ਘਰ ਚੱਲੀਏ, ਹੁਣ ਦੇ ਵਿਛੜੇ ਫਿਰ ਪਤਾ ਨਹੀਂ ਕਦੋਂ ਮਿਲਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਉਸੇ ਖੂਹ ਤੇ ਬੈਠ ਕੇ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤੇ ਹਨ, ਜਿਨ੍ਹਾਂ ਦਾ ਪਾਠ ਅੱਜ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਿਤਾ ਜੀਆਂ ਦੇ ਨਾਲ ਫਿਰ ਘਰ ਕਿਸ ਪ੍ਰਕਾਰ ਜਾਂਦੇ ਹਨ, ਕਿਸ ਪ੍ਰਕਾਰ ਮਾਤਾ ਜੀਆਂ ਦੇ ਨਾਲ ਸੰਵਾਦ ਹੋਇਆ, ਕਿਸ ਪ੍ਰਕਾਰ ਪਿਤਾ ਜੀਆਂ ਦੇ ਕੋਲ ਉਸ ਥਾਂ ਬੈਠੇ ਹਨ, ਆਉਣ ਵਾਲੇ ਅਗਲੇਰੇ ਪ੍ਰਸੰਗਾਂ ਵਿੱਚ ਸਾਧ ਸੰਗਤ ਜੀ ਸਰਵਣ ਕਰਾਂਗੇ। ਸ਼ਬਦ ਵਿਚਾਰ ਕਰਦਿਆਂ, ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਵਟੇ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇ ਹੇ ਅਪਰੰਪਰ ਹਰ ਹਰੇ